ਹਾਲੇਲੂਇਆ। ਆਪਣੇ ਬਾਈਬਲ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਦੁਆ ਕਰੋ। ਖੁਦਾ ਯਿਸੂ ਮਸੀਹ ਵਿੱਚ ਤੁਹਾਡੀ ਸ਼ਾਂਤੀ ਔਰ ਸਲਾਮਤੀ ਹੋਵੇ। ਪਿਛਲੇ ਐਤਵਾਰ ਤੁਸੀਂ ਕੀ ਸੁਣਿਆ ਸੀ? What we have been heard last Sunday. ਹਾਂਜੀ, ਮਾਂ ਪਿਓ ਦਾ ਕਿੰਨਿਆਂ ਨੇ ਸਤਿਕਾਰ ਕੀਤਾ? How many of you respected your parents? ਮਦਰ ਡੇ ਤੇ ਸੀ, ਕੀ ਸੁਣਿਆ ਸੀ ਤੁਸੀਂ? ਇੱਕ ਚੰਗੀ ਮਾਂ ਬਣਨਾ ਹੈ, ਚੰਗੇ ਬੱਚੇ ਬਣਨਾ ਹੈ। Because what we have heard last Sunday that we should become a good father and good mother. ਹਾਲੇਲੂਇਆ। ਚਲਿਏ ਖੁਦਾ ਦੇ ਵਚਨ ਦੇ ਵੱਲ ਚੱਲਦੇ So ਹਾਂ। let's go make a move to the word of the Lord today. ਨਵੇਂ ਨਿਯਮ ਦੇ ਵਿੱਚੋਂ ਪੜਾਂਗੇ ਲੂਕਾ ਦੀ ਅੰਜੀਲ When we go to the New Testament and the book of Luke, 5 ਭਾਗ the chapter 5 ਉਹਦੀ ਪਹਿਲੀ ਆਇਤ ਤੋਂ ਸ਼ੁਰੂ ਕਰਨਾ ਹੈ। and verse ਕਿ ਜਾਂ ਉਹਦੇ ਉੱਤੇ ਡਿੱਗਦੇ ਐ ਹੋਇਆ ਕਿ ਜਾਂ ਲੋਕ ਉਹਦੇ ਉੱਤੇ ਡਿੱਗਦੇ ਅਤੇ ਪਰਮੇਸ਼ਵਰ ਦਾ ਬਚਨ ਸੁਣਦੇ ਸਨ ਤਾਂ ਉਹ ਗਨੇਸਰਤ ਦੀ ਝੀਲ ਦੇ ਕੰਢੇ ਖੜਾ ਸੀ ਅਤੇ ਉਹਨੇ ਝੀਲ ਦੇ ਕੰਢੇ 2 ਬੇੜੀਆਂ ਲੱਗੀਆਂ ਹੋਈਆਂ ਵੇਖੀਆਂ, ਪਰ ਮਾਛੀ ਉਹਨਾਂ ਵਿੱਚੋਂ ਨਿਕਲ ਕੇ ਆਪਣੇ ਜਾਲ ਨੂੰ ਧੋ ਰਹੇ ਸਨ। ਹਾਂਜੀ, Hallelujah. On one occasion, while the crowd was pressing in on him to hear the word of God, he was standing by the lake of Gennesaret. ਹਾਂਜੀ ਨੈਕਸਟ। And he saw 2 boats by the lake, but the fishermen had gone out of them and were washing their nets. ਹਾਲੇਲੂਇਆ। ਤੁਸੀਂ ਬੜੇ ਧਿਆਨ ਨਾਲ ਇਹ ਕਲਾਮ ਨੂੰ ਸੁਣਨਾ ਹੈ। ਇਹਦੇ ਵਿੱਚ ਅੱਜ ਬੜੇ ਅੱਛੀਆਂ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ। You need to hear the word of Lord today very carefully, ਪਰਮੇਸ਼ਵਰ ਜੀ ਵਚਨ ਸੁਣਾ ਰਹੇ ਨੇ, because the God is telling you the word. ਭੀੜ ਉੱਪਰ ਚੜ ਰਹੀ ਆ The crowd is upholding on him, ਔਰ ਪਰਮੇਸ਼ਵਰ ਜੀ ਝੀਲ ਦੇ ਕੰਢੇ ਤੇ ਪਹੁੰਚੇ ਨੇ। and he was just reached by the bank of the river. ਉੱਥੇ ਯਿਸੂ ਮਸੀਹ ਨੇ ਕੀ ਵੇਖਿਆ ਹੈ? And what he saw there, 2 ਬੇੜੀਆਂ ਵੇਖੀਆਂ ਨੇ, ਕਿਸ਼ਤੀਆਂ ਵੇਖੀਆਂ ਨੇ। and he saw 2 boats over there. ਔਰ ਪਰਮੇਸ਼ਵਰ ਜੀ ਨੇ ਉਹ ਕਿਸ਼ਤੀਆਂ ਦੇ ਵਿੱਚ ਜਦੋਂ ਵੇਖਿਆ ਚੇਲੇ ਜਾਲ ਧੋ ਰਹੇ ਨੇ, And when he saw his disciples who were washing the net over the boats, ਉਹਨਾਂ ਕਿਸ਼ਤੀਆਂ ਦੇ ਵਿੱਚੋਂ ਇੱਕ ਕਿਸ਼ਤੀ ਉੱਤੇ ਪ੍ਰਭੂ ਜੀ ਚੜ ਗਏ ਨੇ। and he was just taken up one boat over the 2 boats. ਔਰ ਜਿਹੜੀ ਕਿਸ਼ਤੀ ਉੱਤੇ ਚੜੇ ਨੇ ਉਹ ਪੀਟਰ ਦੀ ਕਿਸ਼ਤੀ ਹੈ, ਸਾਈਮਨ ਦੀ ਕਿਸ਼ਤੀ And ਹੈ। that boat was belonged to boat of Simon and Peter. ਔਰ ਪ੍ਰਭੂ ਯਿਸੂ ਮਸੀਹ ਜਦੋਂ ਉਸ ਕਿਸ਼ਤੀ ਦੇ ਉੱਤੇ ਚੜ ਗਏ ਨੇ, And when he was used to climb on that boat, ਜਦੋਂ ਭੀੜ ਫਿਰ ਵੀ ਭੱਜੀ ਆ ਰਹੀ ਹੈ ਉਹਨਾਂ ਵੱਲ ਨੂੰ, and still the crowd followed him. ਯਿਸੂ ਮਸੀਹ ਨੇ ਕਿਹਾ ਕਿਸ਼ਤੀ ਨੂੰ ਥੋੜਾ ਜਿਹਾ ਕੰਢੇ ਤੋਂ ਮਾੜਾ ਜਿਹਾ ਪਿੱਛੇ ਨੂੰ ਕਰ ਲਾ, ਪਾਣੀ ਵੱਲ ਨੂੰ ਲੈ ਜਾ। And Jesus told them, just make a move this boat a little bit faster. ਹਾਲੇਲੂਇਆ। ਯਿਸੂ ਮਸੀਹ ਨੇ ਕੀ ਵੇਖੀਆਂ ਨੇ ਉਸ ਜਗ੍ਹਾ ਦੇ ਉੱਤੇ? And what did Jesus see over that place? ਕੀ ਵੇਖੀਆਂ ਨੇ? 2 ਬੋਲੋ, 2 ਕਿਸ਼ਤੀਆਂ, And Jesus saw 2 boats there. 2 ਬੇੜੀਆਂ, 2 ਬੋਟ, 2 ਕਿਸ਼ਤੀਆਂ ਵੇਖੀਆਂ ਨੇ। ਪਰਮੇਸ਼ਵਰ ਨੇ ਉਸ ਜਗ੍ਹਾ ਦੇ ਉੱਤੇ ਚੜੇ ਇੱਕ ਦੇ ਉੱਤੇ ਨੇ, ਪਰ ਉੱਤੇ ਖੜੀਆਂ 2 ਨੇ। ਦੇਖੋ, ਇਹ ਪਰਮੇਸ਼ਵਰ ਨੇ ਦੋਨਾਂ ਤੋਂ ਹੀ ਕੰਮ ਲੈਣਾ ਹੈ। And there were 2 boats standing there, and God must use 2 of them. ਧਿਆਨ ਨਾਲ ਸੁਣੀਏ, ਬਾਈਬਲ ਦੇ ਅਕੋਰਡਿੰਗ ਜਿਹੜਾ 2 ਨੰਬਰ ਹੈ, ਇਹ 2 ਨੰਬਰ ਫੈਲੋਸ਼ਿਪ ਦਾ ਨੰਬਰ ਹੈ। And listen carefully, that number 2 belongs to fellowship. ਜਿਹੜੀ ਆਪਾਂ ਫੈਲੋਸ਼ਿਪ ਕਰ ਰਹੇ ਹਾਂ, ਇਹ 2 ਨੰਬਰ ਦਾ ਮਤਲਬ ਫੈਲੋਸ਼ਿਪ ਹੈ। It belongs to the God. 2 ਨੰਬਰ ਸੰਗਤੀ, ਔਰ ਤੀਸਰਾ ਨੰਬਰ ਤ੍ਰਿਏਕਤਾ, ਵੀ ਪਰਮੇਸ਼ਵਰ ਪਿਤਾ, ਪੁੱਤਰ ਔਰ ਪਵਿੱਤਰ ਆਤਮਾ। And number 3 represents unity, the Father, Son and Holy Spirit. ਪਰ ਆਪਾਂ 2 ਨੰਬਰ ਤੇ ਰਹਿਣਾ ਹੈ ਅੱਜ। But we must be still on number 2. ਕਲਾਮ ਦੀ ਸਮਝ ਆਊਗੀ ਤੁਹਾਨੂੰ ਥੋੜੀ ਥੋੜੀ ਦੇਰ ਬਾਅਦ, ਪਰ ਧਿਆਨ ਮੇਰੇ ਵੱਲ ਰੱਖਣਾ ਹੈ, ਬਿਲਕੁਲ ਮੇਰੇ ਵੱਲ। You should be concentrated on my. ਇਹ 2 ਕਿਸ਼ਤੀਆਂ ਖੜੀਆਂ ਨੇ, And there were 2 boats there. ਇਹਨਾਂ ਦੋਨਾਂ ਵਿੱਚੋਂ ਇੱਕ ਉੱਤੇ ਪ੍ਰਭੂ ਜੀ ਚੜ ਗਏ ਨੇ, And one of them, Jesus climbed up. ਔਰ ਸਾਈਮਨ ਦੀ ਕਿਸ਼ਤੀ ਉੱਤੇ ਚੜ ਗਏ ਨੇ। And he climbed up the boat of Simon.
ਔਰ ਪ੍ਰਭੂ ਜੀ ਕਹਿੰਦੇ ਥੋੜਾ ਕਿਨਾਰੇ ਤੋਂ ਵੱਖਰਾ ਕਰ ਲੈ, ਸਾਈਡ ਤੇ ਲੈ ਜਾ। And Jesus said, just make a move little bit from the bank. ਔਰ ਪ੍ਰਭੂ ਜੀ ਉਸ ਜਗ੍ਹਾ ਤੇ ਜਦੋਂ ਖੜੇ ਨੇ ਪ੍ਰਚਾਰ ਕਰ ਰਹੇ ਨੇ, And he was worshiping, they're preaching there. ਪ੍ਰਭੂ ਯਿਸੂ ਮਸੀਹ ਨੇ ਪਤਰਸ ਵੱਲ ਵੇਖਿਆ, And whenever he saw towards the Patras ਔਰ ਸ਼ਿਮੌਨ ਵੱਲ ਵੇਖਿਆ, and Shimon as well. ਉਹਨੂੰ ਕੀ ਕਹਿ ਰਹੇ ਨੇ? ਹਾਂਜੀ ਪੜ੍ਹੀਏ ਤੀਸਰੀ ਆਇਤ ਦੀ। And what did he say? ਉਸਨੇ ਉਹਨਾਂ ਬੇੜੀਆਂ ਵਿੱਚੋਂ ਇੱਕ ਤੇ ਜੋ ਸ਼ਮੌਨ ਦੀ ਸੀ ਚੜ ਕੇ ਉਸ ਤੋਂ ਚਾਹਿਆ ਜੋ ਕੰਡਿਓ ਰੱਦੀ ਨੂੰ ਹਟਾ ਲੈ, ਤਾਂ ਉਹ ਬੈਠ ਕੇ ਬੇੜੀ ਉੱਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ। ਕਿਸ਼ਤੀ ਦੇ ਵਿੱਚ ਬੈਠ ਕੇ ਪ੍ਰਚਾਰ ਕਰਨ ਲੱਗੇ ਨੇ ਪ੍ਰਭੂ ਜੀ। And Jesus was sat down in the boat and he started preaching. ਕਿਸ਼ਤੀ ਦੇ ਵਿੱਚ ਬੈਠ ਕੇ ਕੀ ਕਰਨ ਲੱਗੇ ਨੇ? ਪ੍ਰਚਾਰ ਕਰਨ ਲੱਗੇ ਨੇ, ਪ੍ਰਚਾਰ ਕਰ ਰਹੇ ਨੇ ਲੋਕਾਂ ਨੂੰ। And he was preaching to the crowd. ਜਦੋਂ ਪ੍ਰਚਾਰ ਕਰਦੇ ਨੇ, ਫਿਰ ਉਸ ਤੋਂ ਬਾਅਦ ਜਦੋਂ ਪ੍ਰਚਾਰ ਕਰਕੇ ਹਟੇ ਨੇ, ਹੁਣ ਪਤਰਸ ਨੂੰ ਕੀ ਕਹਿ ਰਹੇ ਨੇ? And when he finished his preaching, then what did he say to Patras? ਜਾਂ ਉਹ ਬਚਨ ਕਰ ਹਟਿਆ ਤਾਂ ਸ਼ਮੌਨ ਨੂੰ ਕਿਹਾ, ਭਈ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਜਦੋਂ ਯਿਸੂ ਮਸੀਹ ਜੀ ਵਚਨ ਕਰਕੇ ਹਟੇ, ਸ਼ਿਮੌਨ ਪਤਰਸ, ਪ੍ਰਭੂ ਜੀ ਉਹਨੂੰ ਕਹਿੰਦੇ ਵੀ ਆਪਣੀ ਕਿਸ਼ਤੀ ਹੁਣ ਕਿੱਧਰ ਨੂੰ ਲੈ ਕੇ ਚੱਲ? ਡੂੰਘੇ ਪਾਣੀ। ਕਿਹੜੇ ਪਾਣੀ ਵੱਲ ਨੂੰ? ਡੂੰਘੇ ਪਾਣੀ। ਕਿਹੜੇ ਪਾਣੀ ਵੱਲ ਨੂੰ? ਡੂੰਘੇ ਪਾਣੀ ਵੱਲ ਨੂੰ ਲੈ ਕੇ ਚੱਲ। And Shimon and Patras were told by Jesus, take your boats towards the deep water. ਹਾਲੇਲੂਇਆ। ਦੋ ਤੇ ਚੱਲੀਏ। ਇਹ ਦੋ ਨੰਬਰ ਬੜੇ ਖਾਸ ਨੇ। And these two numbers are so special. ਜਿਹੜਾ ਦੋ ਨੰਬਰ ਆ ਕੀ ਆ? ਬਹੁਤ ਖਾਸ ਆ। ਮੈਂ ਹੁਣ ਉਤਪਤੀ ਦੇ ਵਿੱਚ ਤੁਹਾਨੂੰ ਲੈ ਕੇ ਚੱਲਦਾ। And I take you to the book of Genesis. ਪੜ੍ਹੀਏ ਮੇਰੇ ਨਾਲ। ਪਰਮੇਸ਼ਵਰ ਨੇ ਜਦੋਂ ਆਦਮ ਨੂੰ ਬਣਾਇਆ, So let's read when God made Adam. ਦੂਸਰਾ ਭਾਗ ਪੜ੍ਹੀਏ, Chapter 2 ਉਹਦੀ 4 ਐਤ ਪੜ੍ਹੀਏ। and verse 4. ਇਹ ਆਕਾਸ਼ ਤੇ ਧਰਤੀ ਦੀ ਪੈਦਾਇਸ਼ ਦਾ ਆਰੰਭ ਹੈ, ਜਦ ਉਹ ਉਤਪੰਨ ਹੋਏ, ਜਿਸ ਦਿਨ ਯਹੋਵਾ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਖੇਤ ਦਾ ਕੋਈ ਬੂਟਾ ਅਜੇ ਧਰਤੀ ਉੱਤੇ ਨਹੀਂ ਸੀ, ਨਾ ਖੇਤ ਦਾ ਕੋਈ ਸਾਗ ਪਤ ਅਜੇ ਉਪਜਿਆ ਸੀ, ਕਿਉਂਕਿ ਯਹੋਵਾ ਪਰਮੇਸ਼ਵਰ ਨੇ ਧਰਤੀ ਉੱਤੇ ਮੀਂਹ ਨਹੀਂ ਵਰਾਇਆ ਸੀ, ਨਾ ਜ਼ਮੀਨ ਦੇ ਵਾਹੁਣ ਲਈ ਕੋਈ ਆਦਮੀ ਸੀ। ਪਰ ਧੁੰਦ ਧਰਤੀਓਂ ਉੱਠ ਕੇ ਸਾਰੀ ਜ਼ਮੀਨ ਨੂੰ ਸਿੰਜਦੀ ਸੀ। ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਸੋ ਆਦਮੀ ਜਿਉਂਦੀ ਜਾਨ ਹੋ ਗਿਆ। ਤਾਂ ਯਹੋਵਾ ਪਰਮੇਸ਼ਵਰ ਨੇ ਇੱਕ ਬਾਗ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉਸ ਨੇ ਉਸ ਆਦਮੀ ਨੂੰ ਜਿਹਨੂੰ ਉਸ ਨੇ ਰਚਿਆ ਸੀ ਰੱਖਿਆ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਕੀ ਬਣਾਇਆ? And what did the God made first of all? ਇੱਕ ਆਦਮ ਨੂੰ ਬਣਾਇਆ ਹੈ। He made Adam first of all. ਕੀ ਬਣਾਇਆ? ਇੱਕ ਆਦਮ ਬਣਾਇਆ ਹੈ, ਬਾਗ ਵਿੱਚ ਰੱਖਿਆ ਹੈ। ਪਰਮੇਸ਼ਵਰ ਨੇ ਵੇਖਿਆ ਹੈ ਵੀ ਬਾਗ ਵਿੱਚ ਜਦੋਂ ਰੱਖਿਆ ਹੈ, ਪਰਮੇਸ਼ਵਰ ਨੇ ਵੇਖਿਆ ਵੀ ਚੰਗਾ ਨਹੀਂ ਲੱਗਣ ਡਿਆ, ਵੀ ਆਦਮ ਨੂੰ ਬਣਾਤਾ, ਕੀ ਨਹੀਂ ਲੱਗ ਰਿਹਾ ਪਰਮੇਸ਼ਵਰ ਨੂੰ? ਚੰਗਾ ਨਹੀਂ ਲੱਗ ਰਿਹਾ। ਪੜ੍ਹਦੇ ਹਾਂ 18 ਐਤ ਪੜ੍ਹੀਏ ਦੀ। ਫਿਰ ਯਹੋਵਾ ਪਰਮੇਸ਼ਵਰ ਨੇ ਆਖਿਆ, ਯਹੋਵਾ ਪਰਮੇਸ਼ਵਰ ਨੇ ਆਖਿਆ, ਭਈ ਚੰਗਾ ਨਹੀਂ ਹੈ ਕਿ ਆਦਮੀ ਇਕੱਲਾ ਰਹੇ, ਚੰਗਾ ਨਹੀਂ ਵੀ ਆਦਮੀ ਇਕੱਲਾ ਰਵੇ, ਸੋ ਮੈਂ ਉਹਦੇ ਲਈ ਇੱਕ ਉਹਦੇ ਵਾਂਗੂ ਇੱਕ ਸਹਾਇਕ ਬਣਾਵਾਂਗਾ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਨੇ ਕਿਹਾ ਚੰਗਾ ਨਹੀਂ ਵੀ ਬੰਦਾ ਕੀ ਰਵੇ? And ਇਕੱਲਾ ਰਵੇ। God said it doesn't look nice if a person lives alone. ਫਿਰ ਪਰਮੇਸ਼ਵਰ ਨੇ ਉਹਦੇ ਵਾਸਤੇ ਇੱਕ ਕੀ ਬਣਾਇਆ? ਦੂਸਰਾ ਸਹਾਇਕ। And he made up another towards him. ਹੁਣ ਸਮਝ ਲੱਗੀ ਦੂਸਰਾ ਨੰਬਰ ਕੀ ਆ? ਫੈਲੋਸ਼ਿਪ, ਕੰਪਨੀ। Now you have understood. Now you have understood what is the meaning of two. ਦੂਸਰਾ ਨੰਬਰ ਜਿਹੜਾ ਹੈ ਸੰਗਤੀ ਦਾ ਨੰਬਰ ਹੈ। Because the second number represents fellowship. ਇਹ ਸੰਗਤੀ ਜਿਹੜੀ ਹੈ ਬੜੀ ਜ਼ਰੂਰੀ ਹੈ। The fellowship is most important.
ਖੁਦਾ ਦੇ ਕਲਾਮ 'ਚ ਲਿਖਿਆ ਜਿੱਥੇ 2 ਜਾਂ 3 ਮੌਜੂਦ ਨੇ ਮੈਂ ਵਾਅਦੇ ਮੁਤਾਬਕ ਉਹਨਾਂ ਦੇ ਵਿਚਕਾਰ। It is written in the word ਜਿੱਥੇ where, 2 ਮੌਜੂਦ ਨੇ ਪਰਮੇਸ਼ਰ ਵਾਅਦੇ ਮੁਤਾਬਕ ਕੀ ਹੋ ਜਾਂਦਾ ਹੈ। as written, ਆਦਮ ਤੇ ਹਵਾ ਨੂੰ ਕੀ ਬਣਾਤਾ ਹੈ? 2 ਬਣਾ ਦਿੱਤੇ ਨੇ, 2 ਬਣਾ ਦਿੱਤੇ ਨੇ। ਤੇ ਇੱਕ ਫੈਲੋਸ਼ਿਪ ਦੇ ਦਿੱਤੀ ਹੈ। ਆਦਮ ਹਵਾ ਦੇ ਨਾਲ ਰਲ ਮਿਲ ਕੇ ਕੰਮ ਕਰੇਗਾ ਤੇ ਹਵਾ ਕਿਹਦੇ ਨਾਲ ਮਿਲ ਕੇ ਕੰਮ ਕਰੇਗੀ? ਆਦਮ ਦੇ ਨਾਲ। ਇਹਨਾਂ ਦੋਨਾਂ ਦੀ ਕੀ ਹੋਗੀ ਆਪਸ ਵਿੱਚ? ਕੰਪਨੀ ਹੋਗੀ, ਫੈਲੋਸ਼ਿਪ ਹੋਗੀ। ਬੋਲੋ ਕੀ ਹੋਗੀ ਆ ਜੀ? ਫੈਲੋਸ਼ਿਪ ਕਿਹਨੂੰ ਕਹਿੰਦੇ ਆ? ਦੱਸੋ ਜੀ ਭੈਣ ਭਰਾਓ, ਦੱਸੋ ਫੈਲੋਸ਼ਿਪ ਕਿਹਨੂੰ ਕਹਿੰਦੇ ਆ? and ਸੰਗਤ ਨੂੰ what fellowship belongs to? ਕਹਿੰਦੇ ਨੇ। ਜ਼ਰੂਰੀ ਆ। Because 2 fellowship- ਕਿਸ਼ਤੀਆਂ ਉੱਥੇ ਖੜੀਆਂ ਨੇ, ਕਿਸੇ ਵਜ੍ਹਾ ਤੋਂ ਖੜੀਆਂ ਨੇ। because there were 2 boats standing there. ਮੈਂ ਦੱਸਣਾ ਚਾਹੁੰਦਾ ਜਿਹੜੀਆਂ 2 ਕਿਸ਼ਤੀਆਂ ਖੜੀਆਂ ਨੇ ਕਿਸੇ ਵਜ੍ਹਾ ਤੋਂ ਖੜੀਆਂ ਨੇ। I want to tell you that 2 boats are standing there. ਇੱਕ meant to ਕਿਸ਼ਤੀ something. ਯਿਸੂ ਮਸੀਹ ਚੜ੍ਹੇ ਨੇ, That Jesus has climbed in one ਦੂਸਰੀ boat, ਕਿਸ਼ਤੀ ਉੱਥੇ ਖੜੀ ਆ। and the second boat is still ਅੱਗੇ ਜਾ ਕੇ there. ਦੂਸਰੀ ਕਿਸ਼ਤੀ ਦੀ ਜ਼ਰੂਰਤ ਪੈਣੀ ਹੈ। And Jesus will need the second boat 2 also. ਨੰਬਰ ਬੜੇ ਜ਼ਰੂਰੀ ਨੇ। Because 2 numbers are very important. ਤੁਸੀਂ ਇਕੱਲੇ ਨਹੀਂ ਹੋ, You are not alone. ਤੁਹਾਡੇ ਨਾਲ ਪਰਮੇਸ਼ਵਰ ਆ। That Jesus is with ਤੁਸੀਂ you. ਇਕੱਲੇ ਨਹੀਂ ਹੋ, You are not ਤੁਹਾਡੇ alone. ਨਾਲ ਪਵਿੱਤਰ ਆਤਮਾ ਹੈ। The Holy Spirit is with ਤੁਸੀਂ you. ਕਦੀ ਵੀ ਕਿਤੇ ਇਕੱਲੇ ਨਹੀਂ ਹੁੰਦੇ, You will never be alone. ਤੁਸੀਂ ਹੁੰਨੇ ਹੋ। Because when you are, ਪਰਮੇਸ਼ਵਰ ਤੁਹਾਡੇ ਨਾਲ ਹੁੰਦਾ ਹੈ। Christ is with you. ਰਲ ਕੇ 2 ਜਣੇ ਹੋ ਜਾਂਦੇ ਨੇ। then you become 2. ਤੁਸੀਂ ਇਕੱਲੇ ਨਹੀਂ ਹੁੰਦੇ, You are not one. ਤੁਹਾਡੇ ਨਾਲ ਪਵਿੱਤਰ ਆਤਮਾ ਹੁੰਦਾ ਹੈ। The Holy Spirit ਤੁਸੀਂ is 2 with ਜਣੇ you. ਹੋ ਜਾਂਦੇ ਨੇ। And you are 2. ਔਰ ਜਿੱਥੇ 2 ਜਣੇ ਹੋ ਜਾਂਦੇ ਨੇ Wherever 2 persons ਉੱਥੇ are. ਪਿਤਾ ਆ ਜਾਂਦਾ ਹੈ, And then the God ਪਰਮੇਸ਼ਵਰ comes ਆ to you. ਜਾਂਦਾ ਹੈ। The God ਜਿੱਥੇ comes 2 to ਜਣੇ you. ਹੁੰਦੇ ਨੇ God is coming ਪਿਤਾ ਆ to you. ਜਾਂਦਾ ਹੈ। The God has 3 to ਜਣੇ ਹੋ ਜਾਂਦੇ ਨੇ, And there are 3. ਪਿਤਾ ਪੁੱਤਰ ਪਵਿੱਤਰ ਆਤਮਾ। And there are 3 persons there, a unity of the Father, Son and ਹਾਲੇਲੂਇਆ। Hallelujah. ਜਿੱਥੇ ਤੁਸੀਂ ਹੋ Whenever you are, ਪਵਿੱਤਰ ਆਤਮਾ ਤੁਹਾਡੇ ਨਾਲ ਹੈ। the Holy Spirit is with you. ਯਿਸੂ ਮਸੀਹ ਜੀ ਕਹਿ ਕੇ ਗਏ ਨੇ, And what Jesus has told you, ਮੈਂ ਪਿਤਾ ਕੋਲ ਜਾ ਰਿਹਾ ਹਾਂ I'm going to my Father ਤੁਹਾਡੇ ਵਾਸਤੇ to watch you. ਕੀ ਭੇਜਾਂਗਾ? ਨਾਮ ਲੈ ਕੇ ਕੀ ਭੇਜਾਂਗਾ? ਦੂਸਰਾ। And I ਮੈਂ will ਪਿਤਾ send, ਕੋਲ ਜਾ ਰਿਹਾ ਹਾਂ I'm going to my Father ਤੁਹਾਡੇ ਵਾਸਤੇ for you. ਕੀ ਭੇਜਾਂਗਾ? ਦੂਸਰਾ। I will send you second helper. ਕੀ ਭੇਜਾਂਗਾ? ਦੂਸਰਾ। 2 ਨੰਬਰ 2 And I will send number 2 to you from my Father. ਫੈਲੋਸ਼ਿਪ। ਕੀ ਕਰਨੀ? ਆਦਮ ਤੇ ਹਵਾ ਦੋਨਾਂ ਨੂੰ ਕੀ ਬਣਾਤਾ ਪਰਮੇਸ਼ਰ ਨੇ? And what God made Adam and heaven. ਪਰਮੇਸ਼ਰ ਕਹਿੰਦਾ ਤੀਵੀਂ ਤੇ ਆਦਮੀ ਦੋਨੇ ਕੀ ਹੋ ਜਾਣਗੇ? ਇੱਕ ਹੋ ਜਾਣਗੇ। And God ਬਣਾਏ said, 2 ਨੇ। ਪਰਮੇਸ਼ਰ ਕਹਿੰਦਾ ਤੀਵੀਂ ਤੇ ਆਦਮੀ ਦੋਨੇ ਕੀ ਹੋ ਜਾਣਗੇ? and God said the husband and a wife must be combined. ਇੱਕ ਹੋ ਜਾਣਗੇ। They must. ਫਿਰ ਉਸ ਤੋਂ ਬਾਅਦ ਆ ਪ੍ਰਭੂ ਯਿਸੂ ਮਸੀਹ ਜੀ ਆ ਗਏ They will convert it to one, the husband ਨਾਲ and wife. ਰਹਿਣ ਵਾਸਤੇ। And then after the God has come to live with them. ਕਿੰਨੇ ਜਣੇ ਹੋਗਾ ਜੀ? And there were 3 persons there. ਹਾਲੇਲੂਇਆ। ਬਾਈਬਲ ਚ ਲਿਖਿਆ ਪਤਰਸ ਦੀ ਕਿਤਾਬ 'ਚ, ਜੇ ਤੇਰੀ ਘਰ ਵਾਲੀ ਤੇਰੇ ਨਾਲ ਨਾਰਾਜ਼ ਆ, ਰੂਸੀ ਹੋਈ ਆ, ਤੇ ਤੇਰੀਆਂ ਦਵਾਵਾਂ। And it is written in the book of Petra, if your wife is not happy with you, she is angry, and your prayers will help her. ਤੇਰੀਆਂ ਪ੍ਰਾਰਥਨਾਵਾਂ ਰੁਕੀਆਂ ਹੋਈਆਂ ਨੇ। Because your prayers are not being answered. ਤੁਹਾਡੀ ਪ੍ਰਾਰਥਨਾ ਰੁਕ ਜਾਂਦੀ ਜੇ ਪਤਨੀ ਨਾਰਾਜ਼ ਆ। If your wife is not happy with you, then your prayers are stopped right there. ਕਿਉਂਕਿ ਸੰਗਤੀ ਹੋਣੀ ਬਹੁਤ ਜ਼ਰੂਰੀ ਆ। Because fellowship is most important in your life. ਜਦੋਂ ਆਦਮ ਤੇ ਹਵਾ ਦੋਨੇ ਇਕੱਠੇ ਕੰਮ ਕਰਦੇ ਸੀ, ਪਰਮੇਸ਼ਰ ਦੀ ਬਲੇਸਿੰਗ ਆਉਂਦੀ ਸੀ। When Adam and Hawa made it living together, then they used to get the blessings of the Lord. ਜਦੋਂ ਆਦਮ ਤੇ ਹਵਾ ਪਰਮੇਸ਼ਰ ਦੀ ਸੰਗਤੀ ਦੇ ਵਿੱਚ ਰਹਿੰਦੇ ਸੀ ਤੇ ਖੁਦਾ ਆ ਜਾਂਦਾ ਸੀ। When God used to arrive there, when Adam and Hawa used to be walking the ground. ਅੱਜ ਵੀ ਜਦੋਂ 2 ਜਣੇ ਇਕੱਠੇ ਪੈਂਦੇ ਨੇ, ਤੀਸਰਾ ਪਰਮੇਸ਼ਰ ਆ ਜਾਂਦਾ ਹੈ। Whenever the 2 persons are sitting and making a prayer, the God has to arrive there. ਜਦੋਂ ਪਤੀ ਔਰ ਪਤਨੀ ਬੈਠ ਕੇ ਦੁਆ ਕਰਦੇ ਨੇ, ਖੁਦਾ ਦੀ ਪ੍ਰੈਜ਼ੈਂਸ ਆ ਜਾਂਦੀ ਹੈ। When husband and wife make a prayer, the God presence has to be there. ਹਾਲੇਲੂਇਆ। 2 ਕਿਸ਼ਤੀਆਂ ਖੜੀਆਂ ਨੇ। ਕਿੰਨੀਆਂ ਖੜੀਆਂ ਨੇ? And there were 2 boats standing there. ਇਹ 2 ਨੰਬਰ ਐਵੇਂ ਨਹੀਂ ਆ, ਬਹੁਤ ਖਾਸ ਹੈ 2 ਨੰਬਰ। And the 2 number has made something sense. ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਛਡਾਉਣ ਲਈ 2 ਬੰਦਿਆਂ ਨੂੰ ਚੁਣਿਆ ਹੈ। And that Jesus has chosen 2 persons to save his people. ਮਿਸਰ ਦੀ ਗੁਲਾਮੀ ਚੋਂ ਬਾਹਰ ਕੱਢਣ ਲਈ 2 ਬੰਦਿਆਂ ਨੂੰ ਚੁਣਿਆ ਹੈ। To get the salvation from the mist. ਮੂਸਾ ਪਰਮੇਸ਼ਰ ਨਾਲ ਗੱਲਾਂ ਕਰਦਾ ਹੈ। And the Moses used to talk with the Lord. ਹਰੂਨ ਲੋਕਾਂ ਨਾਲ ਗੱਲਾਂ ਕਰਦਾ ਹੈ। And the Aaron also talked with the Lord. ਮੂਸਾ ਪਰਮੇਸ਼ਰ ਨਾਲ ਗੱਲ ਕਰਦਾ ਹੈ। And the Moses used to talk to the Lord. ਹਰੂਨ ਲੋਕਾਂ ਨਾਲ ਗੱਲ ਕਰਦਾ ਹੈ। And the Aaron used to talk with the people. ਇਹਨਾਂ 2 ਲੋਕਾਂ ਨੇ ਦੇਖੋ ਕਿੰਨੇ ਲੋਕਾਂ ਨੂੰ ਮਿਸਰ ਚੋਂ ਬਾਹਰ ਕੱਢ ਕੇ ਲੈ ਕੇ ਆਂਦਾ ਹੈ। And these 2 people saved the people of the Egypt. And they used to get out of the people from the Egypt. ਹਾਲੇਲੂਇਆ।
ਭੇਤ ਮਿਲ ਰਿਹਾ ਤੁਹਾਨੂੰ ਸੀਕ੍ਰੇਟ ਮਿਲ ਰਿਹਾ ਖੁਦਾ ਦੇ ਕਲਾਮ ਦਾ And you get a big secret from the word of the Lord. ਹਾਲੇਲੂਇਆ ਫਿਰ ਦੋ ਬੰਦੇ ਹੋਰ ਨੇ And there were two persons more in the word. ਯਰੀਹੋ ਦੀਆਂ ਦੀਵਾਰਾਂ ਹਿਲਾਉਣ ਵਾਲੇ On the walls of the Jericho. ਨਾਮ ਦੱਸ ਸਕਦੇ ਆ ਮੈਨੂੰ And you can tell me the name. ਯਰੀਹੋ ਦੀਆਂ ਦੀਵਾਰਾਂ ਜਦੋਂ ਡਿੱਗੀਆਂ ਨੇ ਦੋ ਬੰਦੇ ਨੇ ਮੂਸਾ ਤੋਂ ਬਾਅਦ ਕਿਹੜੇ ਨੇ ਉਹ ਕੀ ਨਾਰਾ ਹਾਲੇਲੂਇਆ ਇਹ ਪਰਮੇਸ਼ਵਰ ਦੇ ਲੋਕ ਨੇ Because these people belong to the Lord. ਦੋ ਜਣੇ ਹੋਰ ਨੇ ਯਿਸੂ ਮਸੀਹ ਦੇ ਆਸੇ-ਪਾਸੇ And there are two people more around the Lord. ਦੱਸ ਸਕਦੇ ਹੋ ਯਿਸੂ ਮਸੀਹ ਦੇ ਆਸੇ-ਪਾਸੇ ਦੋ ਜਣੇ ਨੇ And there were two people more around the Christ. ਦੋ ਜਣੇ ਯਿਸੂ ਮਸੀਹ ਦੇ ਆਸੇ-ਪਾਸੇ ਨੇ And there were two more around the Christ. ਦੋ ਜਣੇ ਯਿਸੂ ਮਸੀਹ ਦੇ ਉਹਨਾਂ ਵਿੱਚੋਂ ਕੌਣ ਬਚਿਆ ਇੱਕ ਬਚਿਆ ਹਾਲੇਲੂਇਆ And one was saved there. ਮਿਹਨਤ ਦੋਨਾਂ ਨੇ ਕੀਤੀ ਸੀ ਯਾਦ ਰਵੇ ਮਿਹਨਤ ਕੀ ਕੀਤੀ ਆ ਦੋਵਾਂ ਨੇ ਸ਼ਬਦ ਦੋਨਾਂ ਨੇ ਹੀ ਬੋਲੇ ਸੀ ਇੱਕ ਦੇ ਸ਼ਬਦ ਆਪਣੇ ਲਈ ਸੀ ਦੂਜੇ ਦੇ ਸ਼ਬਦ ਪ੍ਰਭੂ ਵਾਸਤੇ ਸੀ ਹਾਲੇਲੂਇਆ But the both of them prayed there, but one's prayers was only belongs to Lord. ਫਿਰ ਪ੍ਰਕਾਸ਼ ਦੀ ਪੋਥੀ 'ਚ ਵੀ ਦੋ ਜਣਿਆਂ ਬਾਰੇ ਜ਼ਿਕਰ ਹੋਇਆ ਹੈ And if we go to the book of ਦੋ ਗਵਾਹ book of Revelation, we can read ਕਿਹੜੇ ਨੇ also. ਕਿਹੜੀ ਕੀ ਕਹਿ ਰਹੇ ਨੇ ਪਰਮੇਸ਼ਰ ਕੀ ਆਉਣਗੇ ਅੰਤ ਦੇ ਦਿਨ ਵਿੱਚ ਦੋ ਗਵਾਹ ਆਉਣਗੇ ਕੀ ਆਉਣਗੇ ਜੀ ਦੋ And God said, you will see two testimonies there. ਟੂ ਵਿਟਨੈਸ ਦੋ ਗਵਾਹ ਆਉਣਗੇ ਇਹਦਾ ਜ਼ਕਰੀਆ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਚਾਰ ਭਾਗ ਜਦੋਂ ਪੜ੍ਹਦੇ ਆ ਉਹਦੀ 12 13 14 ਆਇਤ ਵਿੱਚ ਲਿਖਿਆ ਹੈ ਦੋ ਜਤੂਨ ਦੀਆਂ ਟਾਹਣੀਆਂ ਉਹ ਦੋ ਗਵਾਹ ਨੇ ਦੋ ਨੰਬਰ ਮੈਂ ਤੁਹਾਨੂੰ ਦੱਸ ਰਿਹਾ ਬੜਾ ਖਾਸ ਹੈ ਤੁਹਾਡੇ ਲਈ This is why I'm telling you that two number is most precious in ਤੁਸੀਂ the ਇਕੱਲੇ world. ਨਹੀਂ ਹੋ You are not alone. ਤੁਸੀਂ ਕਿੰਨੇ ਜਣੇ ਹੋ How many you are? ਹਾਲੇਲੂਇਆ ਤੁਸੀਂ ਕਿੰਨੇ ਜਣੇ ਹੋ ਦੋ ਜਣੇ ਕੌਣ ਕੌਣ ਜੀ ਮੈਂ ਤੇ ਮੇਰਾ ਪਾਪਾ ਹਾਂਜੀ ਕੌਣ ਪਰਮੇਸ਼ਵਰ ਦਾ ਆਤਮਾ ਮੈਂ ਦੂਸਰਾ ਜੋ ਉਹਨਾਂ ਦੀ ਅੰਜੀਲ ਵਿੱਚ ਲਿਖਿਆ ਹੋਇਆ ਏ ਮੈਂ ਦੂਸਰਾ ਉੱਥੇ ਪਹਿਲਾ ਸਹਾਇਕ ਕਿਉਂ ਨਹੀਂ ਲਿਖਿਆ ਪਹਿਲਾ ਕੌਣ ਆ And it is written in the book of Lord. ਪਹਿਲੀ ਢੱਡੀ ਬੁੱਢੀ ਆ ਹਵਾ ਨੂੰ ਕੀ ਬਣਾਇਆ ਸੀ ਸਹਾਇਕਣ ਬਣਾਤਾ ਆਦਮ ਦੀ ਕੀ ਬਣਾਤਾ ਹੁਣ ਪ੍ਰਭੂ ਕਹਿੰਦਾ ਤੀਵੀਂ ਅਤੇ ਆਦਮੀ ਦੋਨੇ ਕੀ ਹੋਣਗੇ ਇੱਕ ਸਰੀਰ ਹੋਣਗੇ ਦੋਨੇ ਕੀ ਹੋ ਗਏ Because God has told them the husband and a wife must be ਭੇਦ ਸੁਣੋ ਬੜੇ combined. ਧਿਆਨ ਨਾਲ ਆਦਮ ਤੇ ਹਵਾ ਦੋਨੇ ਕੀ ਹੋ ਗਏ ਇਹ ਦੋਨੇ ਤਾਂ ਫਿਰ ਇੱਕ ਹੋ ਗਏ ਫਿਰ ਪ੍ਰਭੂ ਯਿਸੂ ਮਸੀਹ ਜੀ ਆ ਕੇ ਨਾਲ ਰਹਿਣ ਵਾਸਤੇ ਸਰੀਰ ਦੇ ਵਿੱਚ ਸੀ ਫਿਰ ਸਰੀਰ ਤੋਂ ਜਾਣ ਤੋਂ ਬਾਅਦ ਜੋ ਸਰੀਰ ਛੱਡਿਆ ਆਤਮਾ ਜਾਰੀ ਆ ਕਹਿ ਰਹੇ ਨੇ ਮੈਂ ਦੂਸਰਾ ਸਹਾਇਕ ਭੇਜਾਂਗਾ ਦੂਸਰਾ ਸਹਾਇਕ ਤੁਹਾਡੇ ਲਈ ਭੇਜਾਂਗਾ ਕੀ ਕਰੂਗਾ ਤੁਹਾਡੀ ਉਹ ਮਦਦਗਾਰ ਹੋਵੇਗਾ ਤੁਹਾਡਾ ਕੀ ਹੋਵੇਗਾ ਮਦਦਗਾਰ ਤੁਹਾਡੀ ਸਹਾਇਤਾ ਕਰੇਗਾ Jesus said, I'll send you one more divine helper to you who will help in your difficult times. ਦੂਸਰਾ ਮਦਦਗਾਰ ਤੁਹਾਡੀ ਕੀ ਕਰੇਗਾ ਕਿੰਨੇ ਜਣੇ ਹੋ ਤੁਸੀਂ ਦੋ ਯਿਸੂ ਮਸੀਹ ਦੇ ਕਲਾਮ 'ਚ ਲਿਖਿਆ ਮੱਤੀ ਵਿੱਚ ਜਿੱਥੇ ਦੋ ਜਾਂ ਤਿੰਨ ਮੌਜੂਦ ਨੇ ਮਵਾਈ ਦੇ ਮੁਤਾਬਕ ਕੀ ਆ ਉਹਨਾਂ ਦੇ ਵਿਚਕਾਰ It is written in the book of Matthew. ਹੁਣ ਮੈਂ ਇਕੱਲਾ ਪ੍ਰਾਰਥਨਾ ਕਰ ਰਿਹਾ And say example, if I'm alone making a prayer ਪਰਮੇਸ਼ਵਰ ਦਾ ਰੂਹ ਮੇਰੇ ਵਿੱਚ ਕੰਮ ਕਰ ਰਿਹਾ and the God Spirit of the Lord is working through me ਅਸੀਂ ਦੋ ਜਣੇ ਹੋ ਗਏ ਆ and we are now become two. ਜਦੋਂ ਮੈਂ ਰੂਹ ਨਾਲ ਭਰ ਕੇ ਪ੍ਰਾਰਥਨਾ ਕਰਨੀ ਹੈ When I'm filled with the Spirit, I'll make a prayer. ਪ੍ਰਭੂ ਯਿਸੂ ਮਸੀਹ ਦੀ ਪ੍ਰੈਜ਼ੈਂਸ ਨੇ ਆ ਜਾਣਾ And ਹੈ the presence of the Lord will arrive right with me. ਪਰਮੇਸ਼ਵਰ ਦੀ ਪ੍ਰੈਜ਼ੈਂਸ ਨੇ ਆ ਜਾਣਾ ਹੈ His presence will definitely come over here. ਹਰੇਕ ਗੱਲ ਕਲਾਮ ਦੇ ਵਿੱਚੋਂ ਬੋਲਾਂਗਾ Everything I will tell you from the word of the Lord. ਯਿਸੂ ਮਸੀਹ ਕਹਿੰਦੇ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਗੱਲਾਂ ਕਰੇਗਾ And Jesus said, you will talk from my word. ਯਿਸੂ ਮਸੀਹ ਕੀ ਕਹਿ ਰਹੇ ਨੇ ਪਵਿੱਤਰ ਆਤਮਾ ਕਿਹਦੀਆਂ ਗੱਲਾਂ ਵਿੱਚੋਂ ਲਵੇਗਾ And what is Jesus telling you? From where the Holy Spirit will talk ਮੇਰੀਆਂ to you. ਗੱਲਾਂ ਵਿੱਚੋਂ ਲੈ ਕੇ ਤੁਹਾਡੇ ਨਾਲ ਗੱਲਾਂ ਕਰੇਗਾ The Holy Spirit will talk to you from my words. ਜਿਸ ਤਰ੍ਹਾਂ ਆਦਮ ਨੂੰ ਹਵਾ ਦਿੱਤੀ ਸੀ ਉਹਦੀ ਮਦਦ ਵਾਸਤੇ As I had Hava to the Adam for his help. ਇਹ ਦੂਸਰਾ ਸਹਾਇਕ ਤੁਹਾਡੀ ਮਦਦ ਵਾਸਤੇ ਆ And the second helper is for you, only for your help. ਇਹ ਤੁਸੀਂ ਇਕੱਲੇ ਨਹੀਂ ਹੋ And you are not anymore alone. ਕਿੰਨੇ ਜਣੇ ਹੋ ਤੁਸੀਂ How many you are now? ਇੱਕ ਤੁਸੀਂ ਤੇ ਦੂਸਰਾ ਪਵਿੱਤਰ ਆਤਮਾ ਹਾਲੇਲੂਇਆ One is you
One belongs to you, and the second is Holy Spirit. ਦੋ ਕਿਸ਼ਤੀਆਂ ਖੜੀਆਂ ਨੇ, And ਕਿੰਨੀਆਂ there ਖੜੀਆਂ ਨੇ? are 2 boats there. ਦੋ ਕਿਸ਼ਤੀਆਂ ਖੜੀਆਂ ਨੇ। 5000 ਨੂੰ ਖਾਣਾ ਕਿੰਨਿਆਂ ਤੋਂ ਖਵਾਇਆ? And how many have ਪ੍ਰਭੂ ਨੇ ਦੋ ਮੱਛੀਆਂ ਨਾਲ 5000 ਨੂੰ ਕਿੰਨੀਆਂ ਮੱਛੀਆਂ ਨਾਲ? And Jesus served that big crowd only with 2 fishes. ਨੰਬਰ 2 ਤੁਹਾਡੇ ਲਈ ਬੈਸਟ ਲੱਕੀ ਸਪਿਰਚੁਅਲ ਨੰਬਰ ਆ And number 2। 2 belongs to you, so lucky and spiritual number. ਪਰਮੇਸ਼ਵਰ ਸੰਗਤੀ ਕਰਦਾ ਹੈ 2 ਨੰਬਰ ਵਾਲਿਆਂ ਨਾਲ। And Jesus always made a fellowship with number 2. ਉਹ ਭਰਾਵਾ ਹੇਰਾ ਫੇਰੀ ਵਾਲੇ ਨਹੀਂ ਮੈਂ ਕਹਿ ਰਿਹਾ 2 ਨੰਬਰ I do not be miscurrent with ਵੀ number ਜਿਹੜੇ 2. ਚੋਰੀ ਸ਼ਰਾਬ ਵੇਚਦੇ ਹੁਣ ਚੋਰੀ ਪੁੱਠੇ ਕੰਮ ਕਰ ਉਹ 2 ਨੰਬਰ ਨਹੀਂ ਮੈਂ ਕਹਿ ਰਿਹਾ। ਫਿਰ ਦਿਮਾਗ ਚੋਂ ਕੱਢ ਦਿਓ ਉਹ 2 ਨੰਬਰ ਨਹੀਂ, ਇਹ ਮੈਂ ਲਿਖਣ ਵਾਲਾ 2 ਨੰਬਰ ਕਹਿ ਰਿਹਾ ਹੈ। 1 2 ਵਾਲਾ 1 2 ਉਹ 2 ਨੰਬਰ ਕਹਿ ਰਿਹਾ ਹੈ ਤੇ ਪੰਜਾਬੀ ਚ ਉਹਨੂੰ ਕੀ ਕਹਾਂਗੇ? 2 ਨੰਬਰ। ਉਹ 2 ਨੰਬਰ ਦੀ ਗੱਲ ਕਰ ਰਿਹਾ ਮੈਂ। ਹਾਲੇਲੂਇਆ। ਜਦੋਂ ਪਤੀ ਔਰ ਪਤਨੀ ਬੈਠ ਕੇ ਦੁਆ ਕਰਦੇ ਨੇ ਉਹ ਦੁਆ ਬਹੁਤ ਪਾਵਰਫੁਲ ਹੋ ਜਾਂਦੀ When ਆ। a husband and a wife make a prayer together, that prayers make a strong ਮੈਂ ਕਹਿੰਦਾ ਉਸ answer. ਪ੍ਰਾਰਥਨਾ ਨੂੰ ਕੋਈ ਤੋੜ ਨਹੀਂ ਸਕਦਾ। Nobody can break that prayer. ਵੈਰੀ ਪਾਵਰਫੁਲ ਪ੍ਰੇਅਰ। That prayer was so powerful. ਹਾਲੇਲੂਇਆ ਹਾਲੇਲੂਇਆ। ਯਿਸੂ ਮਸੀਹ ਜੀ ਕਿਸ਼ਤੀ ਵਿੱਚ ਚੜ ਗਏ ਨੇ, And ਕਿਸ਼ਤੀ ਵਿੱਚ ਪ੍ਰਚਾਰ ਕਰ ਰਹੇ ਨੇ। And when he climbed to the boat and he started preaching, ਹੁਣ ਪ੍ਰਭੂ ਜੀ ਕਹਿੰਦੇ ਕਿੱਥੇ ਚੱਲੀਏ? and Jesus asked him where we should go. ਗਹਿਰਾਈ में चलते हैं। Let's go to under the deep water. ਕਹਿੰਦੇ ਹੁਣ ਗਹਿਰੇ ਵੱਲ ਨੂੰ ਚੱਲੀਏ। And Jesus told them, let's go into the deep. ਕਈ ਵਾਰੀ ਅਸੀਂ ਕਿਨਾਰੇ ਤੇ ਰਹਿ ਕੇ ਬੜਾ ਖੁਸ਼ ਰਹਿੰਦੇ ਆ। And many times we are so much happy when we are sitting right with the ਕਈ ਵਾਰੀ bank. ਬੰਦੇ ਐਤਵਾਰ ਨੂੰ ਬੜਾ ਖੁਸ਼ ਰਹਿੰਦੇ ਨੇ, ਅੱਜ ਐਤਵਾਰ ਹੈ ਸੰਗਤੀ ਕਰਨੀ And ਆ। some of us must be happy, much more happy when we think that we have to combine in the fellowship. ਵੀ ਬਸ ਐਤਵਾਰ ਹੀ ਆਪਾਂ ਪ੍ਰਭੂ ਦਾ ਨਾਮ ਲੈਣਾ ਹੈ। So we shouldn't just attend only Sunday with the Lord, ਇੱਕ ਕਿਨਾਰੇ ਤੇ ਖੜੇ ਹੋਣ ਵਾਲੇ ਮਸੀਹ ਆ। because we are Christians who are stood along. ਅਗਰ with the bank. ਖਜ਼ਾਨਾ ਪਾਉਣਾ ਚਾਹੁੰਦੇ ਆ, If you want to get lot of wealth, ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਕੀਮਤੀ ਹੀਰੇ ਲੱਭਣ, if you want that you should make so much wealth, ਗਹਿਰਾਈ 'ਚ ਜਾਣਾ ਪੈਣਾ ਹੈ। you have to go under the deep. Will only hear to you, none else. ਯਿਸੂ ਮਸੀਹ ਕਹਿੰਦੇ ਚੱਲ ਗਹਿਰਾਈ ਵਿੱਚ ਚੱਲੀਏ। And Christ told them, let's go under the deep. ਪ੍ਰਭੂ ਜੀ ਪਤਰਸ ਦੇ ਸ਼ਿਮੌਨ ਦੇ ਨਾਲ ਬਹਿ ਗਏ ਨੇ। And he was just sat down with a Patras. ਆ ਜਿਹੜਾ and ਤੁਸੀਂ ਨਾਮ Shimon. ਸ਼ਿਮੌਨ ਪੜ੍ਹਦੇ ਹੋ ਇਹ ਆ ਮੇਰਾ ਨਾਮ। And my name is, this is why I am told Shimon. ਤਾਂ ਪੰਜਾਬੀ 'ਚ ਸਪੈਲਿੰਗ ਵੀ ਦੇਖ ਲਿਓ ਕਿਦਾਂ ਲਿਖੇ, ਕਈ ਮੇਰਾ ਨਾਮ ਸਿਮੌਨ ਲਿਖਦੇ ਆ। ਪੰਜਾਬੀ ਦੇ ਸਪੈਲਿੰਗ ਦੇਖ ਲਿਓ ਸ਼ਿਮੌਨ ਕਿਦਾਂ ਲਿਖਿਆ ਹੋਇਆ ਹੈ। ਮੇਰੇ ਨਾਮ ਦਾ ਅਰਥ ਹੈ क्षमा ਕਰਨਾ। So my name ਦੋ belongs ਤਿੰਨ ਅਰਥ to, ਨੇ। my क्षमा। my name belongs to just forgive. ਹੋਰ 2-3 ਅਰਥ ਨਿਕਲ ਆਉਣਗੇ ਤੇ ਜਦੋਂ ਤੁਸੀਂ ਗੂਗਲ ਤੇ ਭਰੋਗੇ। क्षमा ਲਿਖਿਆ ਹੈ, ਫਿਰ ਅੱਗ ਦੇ ਸ਼ੋਲੇ ਲਿਖਿਆ ਹੋਇਆ ਹੈ, ਫਿਰ ਇਹਦਾ ਦੂਸਰਾ ਵਰਜ਼ਨ ਹੈ ਪੀਟਰ। ਸ਼ਿਮੌਨ ਦਾ ਦੂਸਰਾ ਵਰਜ਼ਨ ਹੈ ਪੀਟਰ। ਪੀਟਰ ਦਾ ਮਤਲਬ ਹੈ ਚਟਾਨ। And Shimon, opposite word meaning is Peter. ਇਹ ਸ਼ਿਮੌਨ ਹੈ ਮੇਰਾ ਨਾਮ। And this is why I am told Simon. ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਨੇ ਮੁੜ ਕੇ ਕੀ ਰੱਖਿਆ ਸੀਗਾ? ਪੀਟਰ। And then after that Jesus called him Peter. ਇੱਕ ਬੰਦੇ ਦੇ 2 ਨਾਮ ਨੇ। And the one person has 2 names. ਇੱਥੇ 2 ਬੰਦਿਆਂ ਦੇ ਇੱਕੋ ਬੰਦੇ ਵਾਲੇ ਨਾਮ ਨੇ, ਪਤਰਸ ਅਤੇ ਸ਼ਿਮੌਨ। ਇਹ ਮੇਰੇ ਡੈਡੀ ਨੇ ਰੱਖੇ ਨੇ ਨਾਮ। ਹਾਲੇਲੂਇਆ। And my father has. ਸ਼ਿਮੌਨ ਪਤਰਸ। ਹਾਲੇਲੂਇਆ। ਇਹ ਬੜਾ ਖਾਸ ਹੈ ਚੇਲਾ ਯਿਸੂ ਮਸੀਹ ਦਾ। And he's so special disciple of the Lord. ਤੇ ਪਹਿਲੀ ਵਾਰੀ ਪ੍ਰਚਾਰ ਵੀ ਇਹਨੇ ਹੀ ਕੀਤਾ ਹੈ And he started preaching first time. ਤੇ ਕੰਨ ਵੀ ਇਹਨੇ ਹੀ ਲਾਇਆ ਹੈ And then after he made a screwed the ear of the ਤੇ Lord. ਥਾਪੀਆਂ ਵੀ ਇਹੀ ਮਾਰਦਾ ਸੀਗਾ And this is why he shouted a lot. ਵੀ ਮੈਂ ਨਹੀਂ ਪ੍ਰਭੂ ਜੀ ਭੱਜਦਾ। I will not run anywhere. ਭੱਜਿਆ ਭਾਵੇਂ ਨਹੀਂ ਪਰ ਜ਼ੁਬਾਨ ਤੋਂ ਮੁੱਕਰਿਆ ਹੈ। And he was just discovered by his tongue. ਫਿਰ ਯਿਸੂ ਮਸੀਹ ਨੂੰ ਮਨਾ ਕੇ ਲੈ ਕੇ ਆਏ ਨੇ। And then after he agreed with the Lord. ਇਹਦੇ ਮੂੰਹ ਤੋਂ ਇਕਰਾਰ ਕਰਾਇਆ ਹੈ। And he was confessed. ਇਹ ਬੜਾ ਖਾਸ ਚੇਲਾ ਹੈ He was so special disciple. ਤੇ ਜੋ ਤੁਹਾਡਾ ਨਾਮ ਹੁੰਦਾ ਉਹ ਨਾਮ ਦੇ ਮੁਤਾਬਿਕ ਕੰਮ ਹੁੰਦਾ ਹੈ। Because whatever your name belongs to, you will get your works done by your name. ਹਾਲੇਲੂਇਆ। ਚੱਲੀਏ ਕਿਸ਼ਤੀ ਵੱਲ ਚੱਲਦੇ ਹਾਂ। And let's go to the boat. Yeah. And let's go under deep water with the Christ. ਯਿਸੂ ਮਸੀਹ ਕਹਿੰਦੇ ਗਹਿਰਾਈ ਵਿੱਚ ਚੱਲੀਏ। Because Jesus said, let's go in the deep. ਅੱਜ ਸਾਨੂੰ ਗਹਿਰਾਈ 'ਚ ਜਾਣ ਤੋਂ ਡਰ ਲੱਗਣਾ ਹੈ Because we feel so much afraid while we go to the deep. ਪਰ ਡਰਨਾ ਨਹੀਂ ਹੈ। We shouldn't be worried. ਨੰਬਰ ਕਿੰਨੇ ਨੇ? Because we are blessed with number 2. ਨੰਬਰ ਕਿੰਨੇ ਨੇ? ਪਤਰਸ ਦੇ ਕਿਸ਼ਤੀ ਵਿੱਚ
And Petrus also sitting in the boat. ਸ਼ਿਮੌਨ ਆ ਕਿਸ਼ਤੀ ਵਿੱਚ, Simon also sitting in the boat. ਨਾਲ ਆ ਕੇ ਕੌਣ ਬੈਠ ਗਏ? And who was sitting with them? ਨਾਲ ਕੌਣ ਬੈਠ ਗਏ ਨੇ? ਨਾਲ ਕੌਣ ਬੈਠ ਗਏ ਨੇ? ਕਿੰਨੇ ਹੋ ਗਏ ਨੇ? ਕਿੰਨੇ ਹੋ ਗਏ ਨੇ? ਪਤਰਸ ਨੂੰ ਕਹਿੰਦੇ ਵੇਲੀਆ ਕੁਝ ਫੜਿਆ ਰਾਤ ਦਾ? ਸ਼ਿਮੌਨ ਨੂੰ ਪੁੱਛਿਆ ਕੁਝ ਰਾਤ ਦਾ ਕੁਝ ਫੜਿਆ ਹੈ? ਕਹਿੰਦਾ ਪ੍ਰਭੂ ਜੀ ਸਾਰੀ ਰਾਤ ਕਾਲੀ ਕੀਤੀ ਆ, And ਕੋਈ they- ਮੱਛੀ ਨਹੀਂ ਫੜੀ। And they said to Jesus, we were trying all night, we didn't catch anything. ਤਾਂ ਯਿਸੂ ਮਸੀਹ ਨੇ ਉਹਨੂੰ ਕਿਹਾ ਚੱਲ ਹੁਣ ਗਹਿਰਾਈ ਵਿੱਚ ਚੱਲੀਏ। And Christ told them, let's go under the deep. ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਜਾਲ ਵਿੱਚ ਕੁਝ ਆਵੇ, If you want to catch something in your net, ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਕੁਝ ਆਵੇ, if you want to get something in your life, ਤੇ ਯਿਸੂ ਮਸੀਹ ਦੇ ਨਾਲ ਗਹਿਰਾਈ ਵਿੱਚ ਚਲੇ ਜਾਓ। then you have to go deep towards the Christ. ਯਿਸੂ ਮਸੀਹ ਦੇ ਨਾਲ ਗਹਿਰਾਈ ਵਿੱਚ ਚਲੇ ਜਾਓ। You have to go deep with the Christ. ਹਾਲੇਲੂਇਆ। ਯਿਸੂ ਮਸੀਹ ਦੇ ਨਾਲ ਕਿੱਥੇ ਚਲੇ ਜਾਓ? You need to go with the Christ under the deep. ਗਹਿਰਾਈ ਵਿੱਚ ਚਲੇ ਜਾਓ। ਫਿਰ ਜਦੋਂ ਯਿਸੂ ਮਸੀਹ ਕਹੂਗਾ ਹੁਣ ਜਾਲ ਪਾ, when Jesus will tell you, now put up your net under ਜਦੋਂ the ਯਿਸੂ ਮਸੀਹ water. ਕਹੂਗਾ ਹੁਣ ਜਾਲ ਪਾ, When Jesus will obey you, now you should put your net. ਮੈਂ ਪੀਟਰ ਦੇ ਬਾਰੇ ਥੋੜਾ ਜਿਹਾ ਤੁਹਾਨੂੰ ਜਾਣਕਾਰੀ ਦੇ ਦੇਵਾਂ। Now let's talk about a little bit about Peter. ਸ਼ਿਮੌਨ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂ ਥੋੜੀ ਜੀ। About a little bit about Shaman. ਇਹ ਮਛੁਆਰਾ ਹੈ, He's a fisherman ਇਹਨੂੰ ਨਦੀ ਦੇ ਸਾਰੇ ਸੁਭਾਅ ਦਾ ਪਤਾ ਹੈ, because he knows each and every kind corners of the river. ਪਾਣੀ ਦੀ ਜਾਣਕਾਰੀ ਹੈ, Every get knowledge of the river. ਮੌਸਮ ਦੀ ਜਾਣਕਾਰੀ ਹੈ, All about weathering conditions. ਜਾਲ ਸਿੱਟਣ ਦੀ ਜਾਣਕਾਰੀ ਹੈ, He knows how to put a net. ਇਹਨੂੰ ਪਤਾ ਹੈ ਕਿਹੜੇ ਸਮੇਂ ਤੇ ਕਦੋਂ ਸਮੇਂ ਤੇ ਕਿਹੜੇ ਸਮੇਂ ਤੇ ਮੱਛੀ ਮਿਲਣੀ ਹੈ, And he knows how to catch a fish on the right ਇਹਨੂੰ ਪਤਾ ਹੈ time. ਦਿਨ ਨੂੰ ਮੱਛੀ ਨਹੀਂ ਮਿਲਦੀ And he knows that we can't catch a ਕਿਉਂਕਿ fish ਸੂਰਜ in the ਦੀਆਂ night. ਕਿਰਨਾਂ ਪਾਣੀ ਉੱਤੇ ਪੈਂਦੀਆਂ ਨੇ। Because the sun rays go along above the ਜਿਹੜੀਆਂ water. ਮੱਛੀਆਂ ਨੇ ਉਹ ਹਨੇਰੇ ਵਿੱਚ ਚਲੀਆਂ ਜਾਂਦੀਆਂ ਨੇ, Because the fishes are catch ਤੇ up ਹੁਣ in the ਮੱਛੀਆਂ ਉੱਪਰ night. ਨਹੀਂ ਆਉਣੀਆਂ। Because the fishes must be up in the water. ਇਸੇ ਲਈ ਮਛੁਆਰੇ ਰਾਤ ਨੂੰ ਮੱਛੀਆਂ ਫੜਦੇ ਨੇ, This is why the fishermen always struck the fishes ਤੇ in the ਸ਼ਿਮੌਨ dark. ਰਾਤ ਨੂੰ ਮੱਛੀਆਂ ਫੜਦਾ ਸੀ। And this is where Simon used to catch the fishes in the dark. ਇਹਦੇ ਜਾਲ ਵਿੱਚ ਹਰਿਆਈ ਆਈ ਹੋਈ ਏ, And there was so much decadence in ਇਹਦੇ the ਜਾਲ ਵਿੱਚ ਕੂੜਾ ਆਇਆ ਹੋਇਆ ਏ, a lot of trash in the net. ਸਾਰੀ ਰਾਤ ਮਿਹਨਤ ਕੀਤੀ ਏ, He used to make a hard work whole night. ਸਵੇਰ ਨੂੰ ਉੱਠ ਕੇ ਜਾਲ ਧੋਣ ਡਿਆ ਏ। And in the morning he was washing his net. ਉਹ ਜਾਲ ਮੱਛੀਆਂ ਦਾ ਵਾਸਤੇ ਨਹੀਂ ਥੋੜਾ ਧੋਣ ਡਿਆ ਸੀਗਾ, And he was not washing his net just for the fishes. ਉਹ ਜਾਲ ਵਿੱਚ ਕੂੜਾ ਫਸਿਆ ਹੋਇਆ ਸੀਗਾ, Lot of trash, something in the trash in the ਇਸ ਕਰਕੇ ਜਾਲ ਧੋ ਰਿਹਾ ਸੀਗਾ। This is why he was washing his net. ਪਰ ਇਹਨੂੰ ਇਹ ਨਹੀਂ ਪਤਾ ਵੀ ਹੁਣ ਮੇਰੀ ਕਿਸ਼ਤੀ ਵਿੱਚ ਯਿਸੂ ਮਸੀਹ ਜੀ ਆ ਗਏ ਨੇ, Because he doesn't know that Jesus has arrived in his boat. ਕਿਸ਼ਤੀ ਵਿੱਚ ਆ ਕੇ ਪ੍ਰਚਾਰ ਹੋ ਰਿਹਾ ਏ। Because when the Bible, the preacher, ਹੁਣ ਮੈਂ ਇਕੱਲਾ ਨਹੀਂ ਆ, I'm not alone. ਮੇਰਾ ਯਿਸੂ ਮਸੀਹ ਮੇਰੇ ਨਾਲ ਏ। Because the Christ is with me. ਅੱਜ ਯਿਸੂ ਮਸੀਹ ਦੀ ਕਿਸ਼ਤੀ ਅਸੀਂ ਆ, Because we are the boat of the Christ. ਅੱਜ ਇਸ ਕਿਸ਼ਤੀ ਵਿੱਚ ਯਿਸੂ ਮਸੀਹ ਆ ਚੁੱਕਿਆ ਏ। That Jesus be sat ਅੱਜ sitting in ਇਸ the ਕਿਸ਼ਤੀ boat. ਵਿੱਚ ਯਿਸੂ ਮਸੀਹ ਬੈਠਾ ਏ। The Jesus is sitting in the boat. ਅੱਜ ਇਸ ਕਿਸ਼ਤੀ ਵਿੱਚ ਪ੍ਰਭੂ ਯਿਸੂ ਮਸੀਹ ਜੀ ਏ। Jesus is riding with you on your boat. ਦੂਜੀ ਕਿਸ਼ਤੀ ਲਾਗੇ ਖੜੀ ਏ, The second boat is still standing with you. ਦੂਜੀ ਕਿਸ਼ਤੀ ਲਾਗੇ ਖੜੀ ਏ। The second boat is just unused. ਯਿਸੂ ਮਸੀਹ ਨੇ ਸ਼ਿਮੌਨ ਨੂੰ ਕਿਹਾ ਏ Jesus told to Simon, ਵੀ ਜਾਲ ਸਿੱਟ ਦੇ, he said, just throw over the net. ਦੁਪਹਿਰ ਦਾ ਟਾਈਮ ਏ, It is the time of afternoon. ਸੂਰਜ ਵੀ ਪੂਰਾ ਮਗ ਰਿਹਾ ਏ, The sun has a full of its ਉਸ power. ਟਾਈਮ ਮੱਛੀ ਨਹੀਂ ਫੜੀ ਜਾਂਦੀ। And we cannot catch the fish. ਪਹਿਲਾਂ ਪਤਰਸ ਨੇ ਸ਼ਿਮੌਨ ਨੇ ਨਾ ਕੀਤੀ ਏ, And the faithful Peter said, no, Father. ਪਰ ਜਦੋਂ ਯਿਸੂ ਮਸੀਹ ਵੱਲ ਵੇਖਿਆ ਏ, And when he looked up to the Christ, ਕਹਿੰਦਾ ਪ੍ਰਭੂ ਜੀ ਤੇਰੇ ਕਹਿਣ ਤੇ ਜਾਲ ਪਾਵਾਂਗਾ। the Father said, he said, Father, I will put the net on the ਜਦੋਂ right ਜਾਲ time. ਪਾਇਆ When on the right time, ਤਾਂ ਉਹ ਮੱਛੀਆਂ ਜਿਹੜੀਆਂ ਨੇਰੇ ਵਿੱਚ ਸੀ all the fishes were used to ਉਹ eat the net. ਬਾਹਰ ਆ ਗਈਆਂ ਨੇ। All the fishes they used to come out of the water. ਹਾਲੇਲੂਇਆ। Praise the Lord. ਹੱਥ ਉਠਾ ਕੇ ਬੋਲੀਏ ਹਾਲੇਲੂਇਆ, ਹਾਲੇਲੂਇਆ, Praise the Lord. ਹਾਲੇਲੂਇਆ, ਹਾਲੇਲੂਇਆ। ਮੱਛੀਆਂ ਕੀ ਆ ਗਈਆਂ ਨੇ? And the fishes used to go out from the water. ਜਾਲ ਭਰ ਗਿਆ ਏ, And the net was just full of fishes. ਜਾਲ ਮੱਛੀਆਂ ਦੇ ਨਾਲ ਭਰ ਗਿਆ ਏ। Net was just full of fishes. ਨੰਬਰ 2, And now second. ਦੂਸਰੀ ਕਿਸ਼ਤੀ, And what about the second boat? ਦੂਸਰੀ ਕਿਸ਼ਤੀ, What about the second boat? ਉਹਦੇ ਵਿੱਚ ਪਤਰਸ ਤੇ ਸ਼ਿਮੌਨ ਦਾ ਭਰਾ ਵੀ ਏ, And the brother of Peter, Simon, ਇਹਦੇ sitting ਮਿੱਤਰ in the ਵੀ boat. ਏ, ਫਰੈਂਡ ਵੀ ਆ, And he was also friend. ਇਹਦੇ ਮਿੱਤਰ ਵੀ ਨੇ। Also his friend. ਯਹੂਨਾ, And when John, ਜੈਕਬ, Jacob, ਹਾਲੇਲੂਇਆ,
ਦੋ ਮਿੱਤਰ ਨੇ ਉਸ ਕਿਸ਼ਤੀ ਵਿੱਚ। And there were two friends sitting on that boat. ਪ੍ਰਭੂ ਕਹਿੰਦਾ ਉਹਨਾਂ ਨੂੰ ਆਵਾਜ਼ ਮਾਰ। And Jesus said, just call them. ਸ਼ਿਮੌਨ ਨੇ ਆਵਾਜ਼ ਮਾਰੀ, ਆ And ਜਾਓ, Simon called them. ਮੇਰਾ ਜਾਲ ਫਟਣ ਲੱਗਾ ਏ। Oh, my net is just used to be crashed. ਦੂਸਰੀ ਕਿਸ਼ਤੀ ਮਦਦ ਕਰਨ ਵਾਸਤੇ ਆ ਗਈ ਆ। And the second boat went up there to help him. ਇਹ ਦੋ ਕਿਸ਼ਤੀਆਂ ਕਿਸੇ ਕਾਰਨ ਤੋਂ ਖੜੀਆਂ ਨੇ। And this is why the two boats have been stood there for a meaning. ਪਰਮੇਸ਼ਵਰ ਨਹੀਂ ਚਾਹੁੰਦਾ ਆਦਮ ਕੱਲਾ ਰਵੇ। God doesn't want that Adam should kill alone. ਇਸ ਲਈ ਉਹਦੇ ਲਈ ਸਹਾਇਕਣ ਬਣਾਈ ਏ। This is why he made a helper for him. ਅੱਜ ਨਹੀਂ ਚਾਹੁੰਦਾ ਪਰਮੇਸ਼ਵਰ ਵੀ ਵਿਸ਼ਵਾਸੀ ਕੱਲਾ ਰਵੇ। Jesus doesn't want one believer should live ਇਸ alone. ਵਾਸਤੇ ਦੂਸਰਾ ਸਹਾਇਕ ਬਣਾਇਆ ਏ। This is why you are being delivered with your ਉਹ husband. ਪਵਿੱਤਰ ਆਤਮਾ ਬਣਾਇਆ ਏ ਤੁਹਾਡੇ ਲਈ। And this is why the Holy Spirit has ਤੁਹਾਡੀ been ਮਦਦ made. ਲਈ ਭੇਜਿਆ ਏ And for your deliverance, ਵੀ ਤੁਹਾਡੀ ਸਹਾਇਤਾ ਕਰੇ। for that you will be helped. ਹਾਲੇਲੂਇਆ, ਹਾਲੇਲੂਇਆ। Praise the Lord. ਦੂਸਰੀ ਕਿਸ਼ਤੀ ਮਦਦ ਵਾਸਤੇ ਆ ਗਈ ਹੈ। And second boat arrived there for their help. ਇਹਨੂੰ ਆਤਮਿਕ ਤਰੀਕੇ ਨਾਲ ਸੋਚੀਏ। And you must be thinking with a spiritual thinking. ਮੈਂ ਕਿਸ਼ਤੀ ਹਾਂ, That I am a boat. ਮੇਰੇ ਵਿੱਚ ਯਿਸੂ ਮਸੀਹ ਜੀ ਨੇ। That Jesus has sit down unto me. ਮੈਂ ਪਰਮੇਸ਼ਵਰ ਦੇ ਕਹਿਣ ਤੇ ਜਾਲ ਪਾਤਾ। Because Jesus has told me to put down the net on the river. ਬਰਕਤਾਂ ਆ ਰਹੀਆਂ ਨੇ, Hallelujah. ਆਸ਼ੀਸ਼ਾਂ ਆ ਰਹੀਆਂ ਨੇ, And the blessings are being ਬਲੇਸਿੰਗ delivered. ਆ ਰਹੀ ਆ। I'm getting the blessings. ਮੇਰੇ ਤੋਂ ਸੰਭਾਲ ਨਹੀਂ ਹੋ ਰਹੀਆਂ। I cannot hold that blessings. ਮੈਂ ਦੂਸਰੀ ਕਿਸ਼ਤੀ ਨੂੰ ਆਵਾਜ਼ ਮਾਰ ਲਈ ਆ। That's why I call the second boat. ਆਪਣੇ ਨਾਲ ਦੇ ਨੂੰ ਆਵਾਜ਼ ਮਾਰ ਲਈ ਆ। I call the second boat. ਆਪਣੇ ਭਰਾ ਨੂੰ ਆਵਾਜ਼ ਮਾਰ ਲਈ ਆ। Call my brother. ਆਪਣੀ ਭੈਣ ਨੂੰ ਆਵਾਜ਼ ਮਾਰ ਲਈ ਆ। I call my sister. ਆਪਣੇ ਮਾਂ ਭੈਣ ਨੂੰ ਆਵਾਜ਼ ਮਾਰ ਲਈ ਆ Call my mother. ਵੀ ਮੇਰੀਆਂ ਬਰਕਤਾਂ ਤੁਸੀਂ ਵੀ ਲੈ ਸਕਦੇ ਹੋ। Last come, you can also get my blessings. ਮੇਰੇ ਨਾਲ ਯਿਸੂ ਆ ਗਿਆ ਏ। Oh, the Christ has come. ਇਸ ਕਿਸ਼ਤੀ ਵਿੱਚ ਯਿਸੂ ਆ ਗਿਆ ਏ। Christ is sitting in this boat. ਮੇਰੇ ਨਾਲ ਪਰਮੇਸ਼ਵਰ ਬੈਠਾ ਏ। Because the Christ is sitting here. ਮੇਰੇ ਨਾਲ ਪਵਿੱਤਰ ਆਤਮਾ ਬੈਠਾ The ਏ। Holy Spirit is sitting here. ਅੱਜ ਉਹਨੇ ਜਾਲ ਭਰ ਦਿੱਤਾ ਏ Because the net is full of my ਤੇ ਅੱਜ God. ਤੁਹਾਡੇ ਜਾਲ ਭਰ ਜਾਣਗੇ। And your nets will be fulfilled. ਹਾਲੇਲੂਇਆ। Praise the Lord. ਵੀ 2 ਨੰਬਰ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਖਾਸ ਬਣਾਇਆ। ਆਦਮ ਕੱਲਾ ਸੀ, ਪਰਮੇਸ਼ਰ ਨੂੰ ਚੰਗਾ ਨਹੀਂ ਲੱਗਾ, ਇਸ ਲਈ ਹਵਾ ਬਣਾਤੀ। ਪਰਮੇਸ਼ਰ ਨੇ ਵੇਖਿਆ ਵੀ ਮੂਸਾ ਨੂੰ ਮੈਂ ਤਿਆਰ ਕਰਨਾ ਲੋਕਾਂ ਨੂੰ ਬਚਾਉਣ ਲਈ। ਮੂਸਾ ਤੋਂ ਪਹਿਲਾਂ ਪਰਮੇਸ਼ਰ ਨੇ ਹਰੂਨ ਨੂੰ ਤਿਆਰ ਕਰਤਾ। ਜੋ ਮੂਸਾ ਦੇ ਮਰਨ ਤੋਂ ਪਹਿਲਾਂ ਪਰਮੇਸ਼ਰ ਨੇ ਯਹੋਸ਼ੂਆ ਨੂੰ ਤਿਆਰ ਕਰਤਾ ਤੇ ਯਹੋਸ਼ੂਆ ਨੇ ਕਾਬਲ ਨੂੰ ਤਿਆਰ ਕਰਤਾ। ਹਾਲੇਲੂਇਆ। ਮੇਰੇ ਭੈਣੋ ਤੇ ਭਰਾਵੋ, ਸਮਝੋ, ਕਲਾਮ ਨੂੰ ਸਮਝਣ ਦੀ ਕੋਸ਼ਿਸ਼ ਕਰੋ। My brother and sister, I request you, you should understand the word of Lord. ਇਹ ਪਵਿੱਤਰ ਆਤਮਾ ਦੀ ਜਿਹੜੀ ਗੱਲ ਮੈਂ ਕਰ ਰਿਹਾ ਬੜੀ ਖਾਸ ਹੈ। What I am talking about, the Holy Spirit, this is so special. ਮੈਂ ਕਹਿ ਰਿਹਾ ਸੀ ਵੀ ਅੱਜ ਵਿਸ਼ਵਾਸੀ ਨੂੰ ਲੱਗਦਾ ਮੈਂ ਕੱਲਾ ਵਾਂ। I am talking to you that the believer thinks that I am alone. ਪੜ੍ਹੀਏ ਮੇਰੇ ਨਾਲ ਯੋਹੰਨਾ ਦੀ ਅੰਜੀਲ ਦੇ ਵਿੱਚੋਂ 14 ਭਾਗ। If you go to the book of John, chapter 14, ਉਹਦੀ 15 ਆਇਤ ਨੂੰ ਪੜ੍ਹੀਏ। verse 15. 15 ਤੇ 16 ਆਇਤ ਨੂੰ ਪੜ੍ਹਨਾ ਹੈ, ਬੜੇ ਧਿਆਨ ਨਾਲ ਸੁਣੀਏ। यदि तुम मुझसे प्रेम रखते हो तो मेरी आज्ञाओं को मानोगे। मैं पिता से विनती करूंगा मैं पिता से विनती करूंगा और वह तुम्हें एक और सहायक देगा, एक और सहायक देगा कि वह सर्वदा तुम्हारे साथ रहे। हालेलुया। ਹਾਲੇਲੂਇਆ। ਇਹ ਕਿਹਨਾਂ ਵਾਸਤੇ ਵਾਦਾ ਵਾ? For whom this promise has been ਆਪਣੇ made. ਬਦਨ ਤੇ ਹੱਥ ਰੱਖੋ। Just take up your hand on your bodies. ਇਹ ਪਰਮੇਸ਼ਰ ਨੇ ਕਿਹਦੇ ਨਾਲ ਵਾਦਾ ਕੀਤਾ? ਇਹ ਆਤਮਿਕ ਗੱਲ ਆ। ਤੇ ਜਿਹਨੂੰ ਮੈਂ ਸਰੀਰਕ ਤਰੀਕੇ ਨਾਲ ਗੱਲ ਕਰਾਂ, ਤੁਸੀਂ 3 ਹੋ ਗਏ ਹੋ। ਕਿੰਨੇ ਹੋ ਗਏ ਤੁਸੀਂ? ਕਿੰਨੇ ਹੋ ਗਏ ਤੁਸੀਂ? ਪਿਤਾ, ਪੁੱਤਰ, ਪਵਿੱਤਰ ਆਤਮਾ। Now you have become 3: Father, Son and Holy Spirit. ਜਿੱਥੇ ਤੁਸੀਂ ਬਹਿ ਕੇ ਦੁਆ ਕਰਦੇ ਹੋ, ਆਤਮਾ ਤੁਹਾਡੀ ਅਗਵਾਈ ਕਰਦਾ ਹੈ। ਉਸ ਜਗ੍ਹਾ ਤੇ ਕੌਣ ਆ ਜਾਂਦਾ ਹੈ? Wherever you pray, your spirit identifies you, and over there the presence of Lord arrives there. ਹਾਂਜੀ ਭਾਈ ਬੱਬੀ, ਪੜੋ ਇਹਨੂੰ ਪੰਜਾਬੀ ਵਿੱਚ 16 ਆਇਤ ਨੂੰ। 14 ਦੀ 16 ਪੰਜਾਬੀ ਵਿੱਚ। ਯੋਹੰਨਾ 14 ਉਹਦੀ 16 ਆਇਤ ਪੰਜਾਬੀ ਵਿੱਚ। ਬੱਬੀ ਭਾਈ ਪੜੋ। ਹਾਲੇਲੂਇਆ। ਅਤੇ ਮੈਂ ਆਪਣੇ ਪਿਤਾ ਤੋਂ ਮੰਗਾਂਗਾ, ਮੈਂ ਆਪਣੇ ਪਿਤਾ ਤੋਂ ਮੰਗਾਂਗਾ, ਅਰੇ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ, ਦੂਜਾ ਸਹਾਇਕ ਬਖਸ਼ੇਗਾ, ਭਈ ਉਹ ਸਦਾ ਤੁਹਾਡੇ ਸੰਗ ਰਹੇ। ਉਹ ਸਦਾ ਤੁਹਾਡੇ ਸੰਗ ਸੰਗ ਰਹੇ। 17 ਆਇਤ ਨੂੰ ਬੜੇ ਧਿਆਨ ਨਾਲ ਸੁਣੀਏ। ਹਾਂਜੀ
ਅਰਥਾਤ ਸਚਾਈ ਦਾ ਆਤਮਾ ਸਚਾਈ ਦਾ ਆਤਮਾ ਜਿਹਨੂੰ ਜਗਤ ਨਹੀਂ ਪਾ ਸਕਦਾ, ਹਰ ਕੋਈ ਨਹੀਂ ਪਾ ਸਕਦਾ ਇਹਨੂੰ, ਕੋਈ ਦੁਨੀਆ ਨਹੀਂ ਪਾ ਸਕਦੀ ਇਹਨੂੰ, ਇਹਨੂੰ ਸਿਰਫ ਉਹੀ ਪਾ ਸਕਦੇ ਨੇ ਜਿਹੜੇ ਪਰਮੇਸ਼ਵਰ ਦੇ ਹੁਕਮ ਦੀ ਪਾਲਣਾ ਕਰਦੇ ਨੇ। ਇਹਨੂੰ ਉਹੀ ਪਾ ਸਕਦੇ ਨੇ ਜਿਹੜੇ ਪਰਮੇਸ਼ਵਰ ਦੀ ਹੁਕਮ ਦੀ Only those people who those will get the Holy Spirit who obey the order of the Lord. ਪਤਰਸ ਨੇ ਸ਼ਿਮੌਨ ਨੇ ਪਰਮੇਸ਼ਵਰ ਦੇ ਹੁਕਮ ਦੀ ਕੀ ਕੀਤੀ? And Petrus and Simon, they obey the orders of the Lord. ਕੀ ਸੁੱਟਿਆ? ਕਿਹਦੇ ਕਹਿਣ ਤੇ? ਕਾਦੇ ਨਾਲ ਭਰ ਗਿਆ? And they throw their nets over the river just because of God told them. 14 ਆਇਤ ਵਿੱਚ ਕੀ ਲਿਖਿਆ ਤੁਸੀਂ ਪੜਿਆ ਏ? And what has written in the verse 14. ਪੜੋ 14 ਆਇਤ ਵਿੱਚ ਪੜੀਏ ਜੀ। ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ ਤਾਂ ਮੈਂ ਉਹ ਕਰਾਂਗਾ। ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ। ਮੇਰੇ ਹੁਕਮ ਦੀ ਕੀ ਕਰੋਗੇ? ਪਾਲਣਾ। ਪਤਰਸ ਨੇ ਸ਼ਿਮੌਨ ਨੇ ਯਿਸੂ ਮਸੀਹ ਦੇ ਹੁਕਮ ਦੀ ਕੀ ਕੀਤੀ? And Petrus and Simon obey the orders of the Jesus. ਜਾਲ ਕਾਦੇ ਨਾਲ ਭਰ ਗਿਆ? And this is why the net was full of fishes. ਅੱਜ ਤੁਹਾਡੇ ਜਾਲ ਮੱਛੀਆਂ ਨਾਲ ਭਰਨੇ ਆ। And today your nets are going to ਆਤਮਿਕ be ਮੱਛੀ ਨਾਲ। filled with the spiritual fishes. ਆਤਮਿਕ ਬਲੇਸਿੰਗ ਨਾਲ ਜਾਲ ਭਰਨੇ ਆ ਅੱਜ ਤੁਹਾਡੇ। Your nets will be filled with your blessings. ਤੁਸੀਂ ਕਿੰਨੇ ਜਣੇ ਹੋ? How many of you? 2 ਜਣੇ। You are 2. ਇੱਕ ਤਾਂ ਤੁਸੀਂ ਹੋ, One is belong. ਦੂਸਰਾ ਜਿਹੜਾ ਮੇਰੇ ਪਿਤਾ ਨੇ ਸਹਾਇਕ And ਭੇਜਿਆ ਹੋਇਆ ਤੁਹਾਡੇ second ਲਈ। is helper, the divine helper, Holy Spirit. ਆਪਣੇ ਘੁਟਨਿਆਂ ਭਾਰ ਆਓ। Now you should come upon your knees. ਇਹ ਜਿਹੜੇ ਮੁੜਦੇ ਨਹੀਂ ਇਹਨਾਂ ਨੂੰ ਮੋੜੋ। You should bend your knees. ਜਿਹੜੀਆਂ ਆਵਾਜ਼ਾਂ ਆਉਂਦੀਆਂ ਗੋਡਿਆਂ 'ਚੋਂ ਅੱਜ ਬੰਦ ਹੋ ਜਾਣੀਆਂ ਨੇ। All those pains who come and always in your knees will be broken today. ਦੁਆ ਕਰੀਏ ਘੁਟਨੇ ਪਰ ਆ ਕੇ। And you should make a prayer upon your knees. ਪ੍ਰਭੂ ਜੀ ਮੈਨੂੰ ਅੱਜ ਪਤਾ ਲੱਗਿਆ ਏ That Jesus, I have come to ਮੈਂ know ਇਕੱਲਾ ਨਹੀਂ ਆ। I'm not alone. ਪਹਿਲਾਂ ਮੈਨੂੰ ਲੱਗਦਾ ਸੀ Because before I used to ਮੇਰਾ think ਕੋਈ ਨਹੀਂ ਆ, I hadn't got anyone. ਪਰ ਅੱਜ ਮੈਂ ਤੇਰਾ ਵਚਨ ਸੁਣਿਆ ਏ But today when I heard your ਵੀ ਤੂੰ word, ਦੂਜਾ ਸਹਾਇਕ ਭੇਜਿਆ that ਏ, you have sent me another helper. ਉਹ ਸਦਾ ਹੀ ਮੇਰੇ ਨਾਲ ਏ। He will live with me forever. ਸਦਰਕ ਮੇਜਕ ਅਬਦਨਗੋ ਅੱਗ ਦੀ ਭੱਠੀ ਵਿੱਚ And Saddam and Abednego, they are still ਉਹ under the ਦੂਸਰਾ fire. ਸਹਾਇਕ ਆ ਗਿਆ ਏ। But the second helper has arrived. ਡੈਨੀਅਲ ਸ਼ੇਰਾਂ ਦੇ ਘੁਰਨੇ ਵਿੱਚ ਆ, And the Daniel is still under the lion's ਉਹ den. ਦੂਜਾ ਸਹਾਇਕ ਆ ਗਿਆ ਏ। And second helper has arrived. ਪਤਰਸ ਪਾਣੀ ਵਿੱਚ ਡੁੱਬ ਰਿਹਾ ਏ, And Peter used to drown in the water. ਉਹ ਦੂਸਰਾ ਸਹਾਇਕ ਆ ਗਿਆ ਏ। And there also the second helper arrived there. ਅੱਜ ਮੈਂ ਗੁਨਾਹ ਦੇ ਵਿੱਚ ਆ, And today I'm under the sins. ਮੈਂ ਪਾਪ ਦੇ ਵਿੱਚ ਆ, I'm under the sins. ਮੈਂ ਪਰੇਸ਼ਾਨੀਆਂ ਦੇ ਵਿੱਚ ਆ, I'm in the deep ਪਰ worries. ਅੱਜ ਦੂਜਾ ਸਹਾਇਕ ਆ ਗਿਆ And ਏ today also the same helper has arrived in my ਮੈਨੂੰ life. ਬਾਹਰ ਕੱਢਣ ਲਈ, And he will be taken out. ਛੁਟਕਾਰਾ ਦੇਣ ਲਈ, And the deliverance. ਆਜ਼ਾਦ ਕਰਨ ਲਈ, Give me the free. ਫ੍ਰੀ ਕਰਨ ਲਈ। To free me. ਓ ਰੱਬ ਬਾਬਾ ਸ਼ਕਲ ਰਬੋ ਰੱਬ ਅੰਦਾਰਾ ਰਮਨਾ ਬਾਬਾ ਸ਼ਕਲ ਰਬੇ ਰੱਬ ਸ਼ਕਲ ਰਬੇ ਰੀਆ ਰੱਬ ਬਾਬਾ ਸ਼ਕੇ ਰੱਬ ਅੰਦਾਰਾ ਰਬੇ ਰੱਬੂ ਨਾ ਬਾਬਾ ਸ਼ਕੇ ਰੱਬ ਸ਼ਕਲ ਰਬੇ ਰੀਆ ਰੱਬ ਬਾਬਾ ਰੱਬ ਸ਼ਕਲ ਰੱਬ ਸ਼ਕਲ ਰਬੇ ਰਬੇ ਰੱਬ ਨਾ ਰੱਬ ਸ਼ਕਲ ਰਬੋ ਰੱਬ ਬਾਬਾ ਰੱਬ ਸ਼ਕਲ Rapa sakala rabo, rapa baba shake, riendari rabo, rapa baba shakala rabo, rapa mama sakele rebe. Hallelujah. Oh ni rapa shakele rebe. यहोवा परमेश्वर Oh Jehovah, दूजा सहायक भेजा है you प्रभु, have made a second helper. तो दूसरा प्रभु जी सहायता भेजी है। Because you have sent me the second ये सहायता helper. तेरे वल्लों आ प्रभु जी। And this helper has been sent from you. ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਜਦੋਂ ਹੁਣ ਤੁਸੀਂ ਦੁਆ ਕਰ ਰਹੇ ਸੀ, When you were all ਪਰਮੇਸ਼ਵਰ ਦੀ praying, ਇੱਕ ਲਾਈਟ ਤੁਹਾਡੇ ਸਾਰਿਆਂ ਦੇ ਉੱਤੇ ਪਈ ਹੈ। and Jesus fell a light all upon you. ਉਹ ਸਮਰਥ ਹੈ ਪਰਮੇਸ਼ਵਰ ਦੀ, And that was the power of Jesus. ਜਿਹੜੀ ਤੁਹਾਡੇ ਨਾਲ ਮੌਜੂਦ ਹੈ। And always it will bless with you. ਦੁਨੀਆ ਨਾਸ਼ ਹੋ ਰਹੀ ਹੈ, Because the world is just struggling out. ਨੂੰ ਨਬੀ ਨੂੰ ਆਵਾਜ਼ ਆਈ ਹੈ But I heard a voice. ਵੀ ਕਿਸ਼ਤੀ ਬਣਾ ਲਾ, You should made a boat. ਔਰ ਪਰਮੇਸ਼ਵਰ ਕਹਿੰਦਾ ਜੋੜਾ ਜੋੜਾ ਕਰਕੇ ਕਿਸ਼ਤੀ ਵਿੱਚ
And Jesus had make two combinations. ਜੋੜਾ ਜੋੜਾ ਕਰਕੇ ਚਾੜਦਾ And you have to ਜਾਨਵਰਾਂ ਦਾ। make a two combination of each and one animals. ਹਰੇਕ ਚੀਜ਼ ਦਾ ਪਰਮੇਸ਼ਰ ਨੇ ਜੋੜਾ ਬਣਾਇਆ ਹੈ। Because the God has made every one combination of the animals. ਤੁਹਾਡਾ ਆਤਮਿਕ ਜੋੜਾ ਪਵਿੱਤਰ ਆਤਮਾ ਹੈ Because your spiritual ਤੁਹਾਡੇ ਨਾਲ ਰਹਿੰਦਾ ਏ। spiritual combination is Holy Spirit. ਜਿੱਦਾਂ ਪਰਮੇਸ਼ਰ ਨੇ ਉਸ ਕਿਸ਼ਤੀ ਵਿੱਚ ਬਚਾਇਆ ਏ, As Jesus saved the ਅੱਜ boat, ਪ੍ਰਭੂ ਇਸ ਕਿਸ਼ਤੀ ਨੂੰ ਬਚਾਵੇਗਾ। God will save this boat. ਇਸ ਕਿਸ਼ਤੀ ਵਿੱਚ ਜੋੜਾ ਰਹਿੰਦਾ ਏ। Oh, the two person are living in this boat. ਕੋਈ ਜਣਾ ਉੱਚੀ ਆਵਾਜ਼ ਨਾਲ ਹਾਲੇਲੂਇਆ ਬੋਲ ਸਕਦਾ ਏ। You should make a shout with hallelujah. Glory. Oh, Lord. Hallelujah. Hallelujah. Adonai, सामर्थी यहोवा, आपका धन्यवाद करते हैं, आपकी तारीफ करते हैं। आपने हमें बचाया है, Because you have saved us. दूसरा सहायक भेजा। Send the second helper. Glory Jesus. Hallelujah. ਤੁਸੀਂ ਇਕੱਲੇ ਨਹੀਂ ਆ। You are not alone anymore. ਚਰਚ ਵਿੱਚ ਇਕੱਲੇ ਆਏ ਸੀ, You have come to the church alone. ਇਸ ਭਵਨ ਵਿੱਚ ਇਕੱਲੇ ਆਏ ਸੀ। You have come today. in ਅੱਜ this church. ਪਾਸਟਰ ਸ਼ਿਮੌਨ And Pastor Simon ਤੁਹਾਡੇ ਨਾਲ ਵਾਅਦਾ ਕਰ ਰਿਹਾ ਹੈ, is ਤੁਸੀਂ promising ਦੋ you. ਜਣੇ ਜਾਓਗੇ। Because you will go from here in the form of ਦੂਸਰਾ two. ਪਵਿੱਤਰ ਆਤਮਾ ਹੈ। And the second is Holy Spirit. ਹਾਲੇਲੂਇਆ, ਹਾਲੇਲੂਇਆ। ਇਹ ਮੇਰੀਆਂ ਗੱਲਾਂ ਉਹ ਸਮਝ ਸਕਦੇ ਨੇ ਜਿਹੜੇ ਰੂਹਾਨੀ ਨੇ। And those people who are spiritual can only understand my talks. ਦੂਜਿਆਂ ਨੂੰ ਤੇ ਰੌਲਾ ਰੱਪਾ ਹੀ ਲੱਗਣਾ ਹੈ। Because none of them will understand me. ਇਹਨਾਂ ਗੱਲਾਂ ਨੂੰ ਬੜੇ ਧਿਆਨ ਨਾਲ ਮੈਂ ਪਹਿਲਾਂ ਕਿਹਾ ਸੀ, ਇਹ ਕਲਾਮ ਬੜਾ ਖਾਸ ਹੈ। This is why I told I before you, because this today word of the God is going to be so strong and special. ਤੁਹਾਡੀਆਂ ਆਤਮਿਕ ਝੋਲੀਆਂ ਭਰ ਰਿਹਾ ਹੈ ਪਰਮੇਸ਼ਵਰ। And you are filling with the spiritual blessings. ਪਰਮੇਸ਼ਵਰ ਅੱਜ ਬਲੈਸ ਕਰ ਰਿਹਾ ਹੈ। You are going to be blessed in the name of Christ. ਜਿਹੜੀ ਗ੍ਰੇਸ ਅਨੋਇੰਟਿੰਗ ਇਸ ਜਗ੍ਹਾ ਤੇ ਹੁਣ ਘੁੰਮ ਰਹੀ ਹੈ ਨਾ, And all the anointing revolving in this church. ਜਿਹੜਾ ਤੁਹਾਨੂੰ ਕਰੰਟ ਲੱਗ ਰਿਹਾ, ਤੁਹਾਡੇ ਲੋਹੀ ਕੰਡੇ ਖੜੇ ਹੋ ਰਹੇ ਨੇ ਇਸ ਜਗ੍ਹਾ ਦੇ Whatever ਉੱਤੇ, the current you feeding out. ਉਹ ਸਮਰਥ ਹੈ ਪਰਮੇਸ਼ਵਰ ਦੀ ਤੁਹਾਨੂੰ ਮਿਲ ਰਹੀ। Feeding out that ਉਹ ਅਭਿਸ਼ੇਕ ਹੈ। person. ਮੈਂ ਦੱਸੇ ਦੋ ਕਿਸ਼ਤੀਆਂ ਖੜੀਆਂ ਨੇ ਉੱਥੇ। I told you earlier there were two boats there. ਇੱਕ ਕਿਸ਼ਤੀ ਜੇ ਯਿਸੂ ਮਸੀਹ ਹੈ, And one boat Jesus was sitting there. ਦੂਜੀ ਕਿਸ਼ਤੀ ਮਦਦ ਵਾਸਤੇ ਆਈ ਹੈ। And the second boat was just to help them. ਤੁਹਾਡੇ ਵਿੱਚ ਪਰਮੇਸ਼ਵਰ ਦਾ ਆਤਮਾ ਭੇਜਿਆ ਹੈ, And this is why the God Spirit has been sent to ਤੁਹਾਡੀ you. ਮਦਦ ਕਰਨ ਨੂੰ, Help for you. ਤੁਹਾਡੀ ਸਹਾਇਤਾ ਕਰਨ ਨੂੰ। For help you. ਸਹਾਇਤਾ ਕਾਦੇ ਵਿੱਚ ਕਰਦਾ ਹੈ ਪੜਾਂਗੇ। And the Spirit where it will work. 16 ਦੀ 13 And in 16:3 ਗੋਸਪਲ ਜੌਨ ਚੈਪਟਰ 16 ਵਰਸ 13। chapter John Gospel. ਪਰ ਜਦ ਉਹ ਅਰਥਾਤ ਸੱਚਾਈ ਦਾ ਆਤਮਾ ਆਵੇ ਤਦ ਉਹ ਸਾਰੀ ਸੱਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, ਕਿਉਂ ਜੋ ਉਹ ਆਪਣੇ ਵੱਲੋਂ ਨਾ ਕਹੇਗਾ ਪਰ ਜੋ ਕੁਝ ਸੁਣੇਗਾ ਸੋ ਹੀ ਆਖੇਗਾ। ਹਾਲੇਲੂਇਆ। ਹਾਲੇਲੂਇਆ। ਜੋ ਕੁਝ ਵੀ ਪਰਮੇਸ਼ਵਰ ਬੋਲਦਾ ਹੈ, ਪਵਿੱਤਰ ਆਤਮਾ ਉਹ ਸੁਣ ਕੇ ਤੁਹਾਨੂੰ ਕਹਿੰਦਾ ਹੈ। Whatever God speaks to you, the Holy Spirit will turn those words to you. ਲਿਖਿਆ ਹੈ, ਪਰ ਜਦ ਉਹ ਅਰਥਾਤ ਸੱਚਾਈ ਦਾ ਆਤਮਾ ਆਵੇ And it is written, when the Spirit of the truth will come to you, ਤਦ ਉਹ ਸਾਰੀ ਸੱਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, and that He will give you a sacrification in the truth. ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ। Because He will not tell anything from His side. ਪਵਿੱਤਰ ਆਤਮਾ ਆਪਣੀ ਵੱਲੋਂ ਨਹੀਂ ਬੋਲੇਗਾ, And the Holy Spirit will not talk anything from His side. ਜੋ ਕੁਝ ਸੁਣੇਗਾ Whatever He will listen, ਸੋ ਹੀ ਆਖੇਗਾ। only those words He will speak. ਪਵਿੱਤਰ ਆਤਮਾ ਵੀ ਕਿਸੇ ਦੀ ਸੁਣਦਾ ਏ। And the Holy Spirit doesn't hear anyone. ਪਵਿੱਤਰ ਆਤਮਾ ਕਿਸੇ ਦੀ ਸੁਣਦਾ ਏ। Because that Holy Spirit hears something. ਉਹ ਪਿਤਾ ਪਰਮੇਸ਼ਵਰ ਦੀ ਸੁਣਦਾ ਏ। He hears the voice of the Lord. ਜੋ ਕੁਝ ਉਹਨੇ ਸੁਣਨਾ ਏ, Whatever He will hear, ਉਹ ਕੁਝ ਤੁਹਾਡੇ ਨਾਲ ਬੋਲਣਾ ਏ। this is what He will going to deliver to you. ਪਵਿੱਤਰ ਆਤਮਾ ਜਦੋਂ ਤੁਹਾਡੇ ਨਾਲ ਗੱਲ ਕਰਦਾ ਏ, When the Holy Spirit talks to you, ਉਹ ਪਿਤਾ ਦੀ ਵੱਲੋਂ ਬੋਲਦਾ ਏ। He talks
from the side of his Father. ਪਵਿੱਤਰ ਆਤਮਾ ਜਦੋਂ ਬੋਲਦਾ ਪਿਤਾ ਪਰਮੇਸ਼ਰ ਵੱਲੋਂ ਬੋਲਦਾ ਹੈ। Whenever the Holy Spirit talks to you, he talks from the side of his ਜਿੱਦਾਂ Father. ਹੁਣ ਮੈਂ ਕਲਾਮ ਸੁਣਾ ਰਿਹਾ ਹਾਂ, As I'm talking to you, the ਇਹ word, ਕਲਾਮ ਮੇਰੇ ਵੱਲੋਂ ਨਹੀਂ ਆ। this word doesn't from my side. ਜੋ ਕੁਝ ਪਿਤਾ ਨੇ ਕਿਹਾ ਹੈ, Whatever that Jesus has told ਆਤਮਾ you, ਉਹੀ ਬੋਲ ਰਿਹਾ ਤੁਹਾਡੇ ਨਾਲ। and the Spirit will lead you. ਪਵਿੱਤਰ ਆਤਮਾ ਉਹੀ ਬੋਲ ਰਿਹਾ ਜੋ ਕੁਝ ਪਿਤਾ ਨੇ ਕਿਹਾ ਹੈ। The Holy Spirit is leading me. ਹਾਲੇਲੂਇਆ, ਹਾਲੇਲੂਇਆ। ਜਦੋਂ ਤੁਸੀਂ ਸੁਣੋਗੇ ਪਵਿੱਤਰ ਆਤਮਾ ਦੀ, Whenever you will hear the voice of Holy Spirit, ਤੁਸੀਂ ਕਦੀ ਵੀ ਸ਼ਰਮਿੰਦਾ ਨਹੀਂ ਹੋ ਸਕਦੇ। and you won't be disappointed by any way. ਤੁਸੀਂ ਕਦੀ ਵੀ ਹਾਰ ਨਹੀਂ ਸਕਦੇ। You will not be victorious. ਫਿਰ ਤੁਸੀਂ ਜਿੱਤ ਨੂੰ ਪ੍ਰਾਪਤ ਕਰੋਗੇ। And then only you will get your victory. ਦੁਨੀਆ ਦੇ ਵਿੱਚ ਭਾਵੇਂ ਜਿੱਦਾਂ ਦਾ ਮਰਜ਼ੀ ਸਮਾਂ ਚੱਲਦਾ ਹੋਵੇ, Whatever the time will be going through in the world. ਜੇ ਤੁਸੀਂ ਆਤਮਾ ਦੀ ਪਵਿੱਤਰ ਦੀ ਸੁਣ ਰਹੇ ਹੋ, ਪਵਿੱਤਰ ਆਤਮਾ ਦੀ ਸੁਣ ਰਹੇ ਹੋ, But if you are just listening the word of your spirit, ਤੁਹਾਡਾ ਸਮਾਂ ਬੈਸਟ ਹੋ ਜਾਣਾ ਹੈ। and then only your time will be converted into best time. ਪਤਰਸ ਸ਼ਿਮੌਨ ਦੁਨੀਆ ਵਾਲੋਂ ਗੱਲ ਕਰ ਰਿਹਾ ਹੈ, And Petrus and Simon is talking towards the world. ਦੁਨੀਆ ਵਾਲੀ ਗੱਲ ਕਰ ਰਿਹਾ ਹੈ। And he is talking worldly things. ਕਹਿੰਦਾ ਤੈਨੂੰ ਮੱਛੀ ਨਹੀਂ ਮਿਲਦੀ। He said how the fish comes to you in the day. ਕਹਿੰਦਾ ਮੈਂ ਸਾਰੀ ਰਾਤ ਮਿਹਨਤ ਕੀਤੀ ਹੈ, ਕੁਝ ਵੀ ਨਹੀਂ ਫੜਿਆ। He said I worked hard so much in the night but I didn't catch one fish. ਉੱਥੇ ਸਮੇਂ ਦੀ ਵੀ ਗੱਲ ਹੋ ਰਹੀ ਆ And they was talking about the time. ਵੀ ਦਿਨ ਨੂੰ ਕੋਈ ਮੱਛੀ ਨਹੀਂ ਫੜੀ ਜਾਂਦੀ, Nobody can catch the fish ਪਰ in ਜਦੋਂ the day. ਪਰਮੇਸ਼ਰ ਦੇ ਕਹਿਣ ਤੇ ਜਾਲ ਪਾਤਾ, But when Christ told them ਉਨੀਆਂ ਮੱਛੀਆਂ ਕਦੀ ਉਹਨੇ ਰਾਤ ਨੂੰ ਨਹੀਂ ਫੜੀਆਂ ਹੋਣੀਆਂ ਜਿੰਨੀਆਂ ਦਿਨ ਨੂੰ ਫੜਦੀਆਂ ਨੇ। and Jesus said put your net in the dark. ਹਾਲੇਲੂਇਆ। ਜਦੋਂ ਪਰਮੇਸ਼ਰ ਦੇ ਕਹਿਣ ਤੇ ਚੱਲੋਗੇ, Whenever you will walk and obey your orders, ਫਿਰ ਮਾੜਾ ਸਮਾਂ ਚੰਗੇ ਸਮੇਂ 'ਚ ਬਦਲਣ ਲੱਗੇ and ਟਾਈਮ then ਨਹੀਂ your ਲੱਗਦਾ। evil times will be converted to good times. ਅੱਜ ਤੁਹਾਡਾ ਚੰਗਾ ਸਮਾਂ ਚੱਲਣਾ ਸ਼ੁਰੂ ਹੋ ਗਿਆ Because your ਏ। good times have been shifted. ਤੁਹਾਡਾ ਚੰਗਾ ਸਮਾਂ ਚੱਲਣਾ ਸ਼ੁਰੂ ਹੋ ਗਿਆ ਏ। The good ਹਾਲੇਲੂਇਆ। ਵਧਾਈਆਂ ਤੋਂ ਨਾਲ ਦਿਆਂ ਨੂੰ you should congratulate each of other you. ਹੱਥ ਮਿਲਾ ਕੇ ਵਧਾਈਆਂ ਦੋ You should shake your hand and congratulate them ਵੀ ਤੇਰਾ ਚੰਗਾ ਸਮਾਂ ਚੱਲਣ ਲੱਗ ਪਿਆ ਏ। that your good time has started. ਬੋਲੋ ਬੋਲੋ, ਤੇਰਾ ਚੰਗਾ ਸਮਾਂ ਚੱਲਣ ਲੱਗ ਪਿਆ And ਏ। you should congratulate them and say ਤੇਰਾ "Good ਚੰਗਾ time ਸਮਾਂ has ਚੱਲਣ ਲੱਗ ਪਿਆ ਏ। started and you are under good times." ਵੀ ਤੇਰਾ ਚੰਗਾ ਸਮਾਂ ਚੱਲ ਰਿਹਾ ਏ ਹੁਣ। Shake your hands with each other and say congratulations. ਪਰਮੇਸ਼ਵਰ ਦੇ ਜਦੋਂ ਕਹਿਣ ਦੇ ਅਨੁਸਾਰ ਤੁਸੀਂ ਚੱਲੋਗੇ, Because when you will walk according to the God, ਜਦੋਂ ਆਤਮਾ ਦੇ ਕਹਿਣ ਦੇ ਅਨੁਸਾਰ ਚੱਲੋਗੇ, when you will walk according to the Spirit, ਤੁਹਾਡੇ ਘਰ ਵਿੱਚ ਰੱਖਣ ਨੂੰ ਜਗ੍ਹਾ ਨਹੀਂ ਹੋਵੇਗੀ, ਇੰਨੀ ਬਲੇਸਿੰਗ and you ਹੋਵੇਗੀ। will be fulfilled with all of the blessings. ਅਦੋਨਾਈ ਅਦੋਨਾਈ The ਇਲੋਹੀਮ Most High God. ਹਾਲੇਲੂਇਆ। ਇਹ ਜਿਹੜਾ ਆਨੰਦ ਹੈ ਨਾ ਕਲਾਮ ਸੁਣਾਉਂਦੇ ਆਉਂਦਿਆਂ, And this joy, what I'm feeling now, ਇਹ ਪਰਮੇਸ਼ਵਰ ਦੀ ਜਿਹੜੀ ਰਹਿਮਤ ਹੈ, ਖੁਦਾ ਦੀ ਕਿਰਪਾ ਹੈ। and this is only because of the God. ਮੈਂ ਕਹਿੰਦੀ ਕਈ ਵਾਰੀ ਸਰੀਰਕ ਦੁੱਖਾਂ ਵਿੱਚ ਹੁੰਨਾ, And many times I'm passing through from my own worries. ਜਦੋਂ ਮੈਂ ਕਲਾਮ ਸੁਣਾਉਣਾ ਸ਼ੁਰੂ ਕਰ ਦਵਾਂ, Because when I start the preaching and gospel of the God, ਦੁੱਖ ਭੁੱਲ ਜਾਂਦੇ ਨੇ। and right that time I just forget all those worries. ਇਨਸਾਨ ਆ, ਬਿਮਾਰ ਹੋ ਜਾਂਦਾ ਹੈ, ਬੁਖਾਰ ਚੜ ਜਾਂਦਾ ਹੈ, ਲੱਤਾਂ ਦੁਖਦੀਆਂ ਨੇ, ਗਲਾ ਛਿੱਲਿਆ ਜਾਂਦਾ ਹੈ, ਬਹੁਤ ਕੁਝ ਹੋ ਜਾਂਦਾ ਹੈ। Because we are human beings and ਪਰ ਜਦੋਂ ਮੈਂ ਕਲਾਮ ਨੂੰ ਸੁਣਾਉਣਾ ਵਾਂ, whenever I start the gospel of the God, ਜਦੋਂ ਪਰਮੇਸ਼ਵਰ ਦਾ ਉਪਦੇਸ਼ ਦਿੰਦਾ ਵਾਂ, when I start the preach of the God, ਬਿਮਾਰੀਆਂ ਭੁੱਲ ਜਾਂਦੀਆਂ ਨੇ, all those sickness and diseases are just, ਫਰੈਸ਼ ਅਨੋਇੰਟਿੰਗ ਆ ਜਾਂਦੀ ਹੈ, I feel so much anointing. ਨਵੀਂ ਤਾਕਤ ਆ ਜਾਂਦੀ ਹੈ, ਨਵੀਂ એનર્ਜੀ ਆ ਜਾਂਦੀ ਹੈ। Holy Ghost. ਹਾਲੇਲੂਇਆ। Hallelujah. ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਬਲੇਸਿੰਗ ਨੂੰ ਲੈ ਕੇ ਆਉਂਦਾ ਹੈ। And the word of the God takes lot of blessings in ਜਦੋਂ our life. ਪਵਿੱਤਰ ਆਤਮਾ ਤੁਹਾਡੇ ਨਾਲ ਰਹਿੰਦਾ ਹੈ, Because when Holy Spirit keeps inside with you, ਇਹ ਕਲਾਮ ਹਥਿਆਰ ਦੀ ਤਰ੍ਹਾਂ ਕੰਮ ਕਰਦਾ ਫਿਰ ਤੁਹਾਡੇ ਜੀਵਨ and 'ਚ। the word of the Lord used to be a weapon in your life.
ਤਲਵਾਰ ਦੀ ਤਰ੍ਹਾਂ, ਢਾਲ ਦੀ ਤਰ੍ਹਾਂ, ਮੁਕਟ ਦੀ ਤਰ੍ਹਾਂ, ਤੁਹਾਡੀ ਸ਼ੀਲਡ ਦੀ ਤਰ੍ਹਾਂ ਇਹ ਕੰਮ ਕਰਦਾ ਏ ਜਦੋਂ ਪਵਿੱਤਰ ਆਤਮਾ ਨਾਲ ਹੁੰਦਾ ਏ। And the word is like a sword in your life. ਹਾਲੇਲੂਇਆ, ਹਾਲੇਲੂਇਆ। ਕਿੰਨੇ ਜਣੇ ਹੋ ਤੁਸੀਂ? And how many you are? ਬੋਲੀਏ। ਇੱਕ ਤਾਂ ਤੁਸੀਂ ਤੇ ਦੂਸਰਾ ਪਵਿੱਤਰ ਆਤਮਾ। ਹਾਲੇਲੂਇਆ। ਤੁਸੀਂ ਇਕੱਲੇ ਨਹੀਂ ਆ, You are not alone anymore. ਤੁਹਾਡੇ ਨਾਲ ਪਰਮੇਸ਼ਵਰ ਦਾ ਆਤਮਾ ਹੈ। And the spirit of the God is always. ਗਹਿਰਾਈ ਚ ਵਿੱਚ ਜਾਓ। Only thing that you should go under the deep waters. ਤੁਸੀਂ ਆਪਣੀ ਜ਼ਿੰਦਗੀ ਨੂੰ ਬਲੇਸਿੰਗ ਨਾਲ ਭਰਿਆ ਹੋਇਆ ਵੇਖੋਗੇ। And you will see your life filled with lot of blessings. ਇਹ ਕੰਡੇ ਉੱਤੇ ਖੜੇ ਹੋ ਕੇ ਕੁਝ ਨਹੀਂ ਮਿਲਣਾ। Just do not stand along with the bank and you will not get anything. ਉੱਪਰੋਂ ਮੰਨਣ ਨਾਲ ਕੁਝ ਨਹੀਂ ਮਿਲਣਾ। Just do not say hallelujah, hallelujah. ਵੀ ਮੈਂ 28 ਸਾਲ ਤੱਕ ਉੱਪਰੋਂ ਮੰਨਦਾ ਰਿਹਾ ਵਾਂ। Because I have been prayed to the Lord since 28 years. ਪਰ ਜਦੋਂ ਮੈਂ ਚੰਗੀ ਤਰ੍ਹਾਂ ਮੰਨਣ ਲੱਗਾ, ਅੰਦਰੋਂ ਮੰਨਣ ਲੱਗਾ ਯਿਸੂ ਮਸੀਹ ਨੂੰ, When I started worshiping the God by heart, ਤੇ ਅੱਜ ਪਰਮੇਸ਼ਵਰ ਨੇ ਹਰੇਕ ਚੀਜ਼ ਮੈਨੂੰ ਮੁਹੱਈਆ ਕਰਕੇ ਦਿੱਤੀ that the ਹੈ। God has given me everything, everything. ਆਤਮਿਕ ਬਰਕਤਾਂ ਨਾਲ ਬਲੈਸ ਕੀਤਾ ਹੈ। The God has given me the ਆਉਣ ਵਾਲੇ ਸਮੇਂ ਬਾਰੇ ਪਰਮੇਸ਼ਵਰ ਦੱਸਦਾ ਹੈ। The God tells me the coming ਮੁਸੀਬਤਾਂ ਤੋਂ times. ਬਚਾਉਂਦਾ ਹੈ ਪਰਮੇਸ਼ਵਰ। God saves me from difficult ਜਿਹੜੇ times. ਤੂਫਾਨ ਆਉਂਦੇ ਨੇ ਪਰਮੇਸ਼ਵਰ ਸ਼ਾਂਤ ਕਰ ਦਿੰਦਾ ਹੈ। God storm the storms in my life. ਪਰਮੇਸ਼ਵਰ ਪਾਣੀ ਉੱਤੇ ਚੱਲਣਾ ਸਿਖਾਉਂਦਾ ਹੈ। He teaches me how to walk on the ਡੁੱਬਦਿਆਂ ਨੂੰ waters. ਬਾਹਰ ਕੱਢਦਾ ਹੈ। Because He teaches me. ਜਦੋਂ ਤੁਸੀਂ ਪਰਮੇਸ਼ਵਰ ਦੇ ਨਾਲ ਚੱਲਦੇ ਆ, When you walk with the God. ਜਦੋਂ ਦੂਸਰਾ ਸਹਾਇਕ ਤੁਹਾਡੇ ਨਾਲ ਚੱਲਦਾ ਹੈ। Because another helper walks with you. ਹਾਲੇਲੂਇਆ। ਪਰਮੇਸ਼ਵਰ ਦੇ ਨਾਲ ਰਹਿਣਾ ਹੈ। Because you should always stand with the Lord. ਖੁਦਾ ਦੀ ਰੂਹ ਦੇ ਨਾਲ ਰਹਿਣਾ ਹੈ। You should always stand with the Spirit of the Lord. ਜਦੋਂ ਯੋਹੰਨਾ ਦੀ ਅੰਜੀਲ 15 ਭਾਗ ਪੜ੍ਹਦੇ ਆ, When we read the book scripture, John and chapter 15 ਉਹਦੀ ਤੀਸਰੀ ਆਇਤ ਪੜ੍ਹੀਏ। and verse 3rd. ਦੂਸਰੀ ਆਇਤ ਤੋਂ ਸ਼ੁਰੂ ਕਰੋ। ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਸ ਨੂੰ ਛਾਂਗਦਾ ਹੈ ਹਾਂਜੀ, ਬੜੇ ਧਿਆਨ ਨਾਲ ਸੁਣੀ ਹੁਣ ਅਗਲੀ ਆਇਤ ਪੜ੍ਹੀਏ। ਤਾਂ ਜੋ ਹੋਰ ਵੀ ਫਲ ਦੇਵੇ। ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ। ਹਾਲੇਲੂਇਆ। ਹਾਲੇਲੂਇਆ। ਜਿਹੜਾ ਅੱਜ ਤੁਸੀਂ ਵਚਨ ਸੁਣਿਆ ਏ, ਪਾਕ ਸਾਫ਼ ਹੋ ਗਏ ਆ ਹੁਣ ਤੁਸੀਂ। Because whatever the ਪਰਮੇਸ਼ਰ word, ਨੇ ਤੁਹਾਨੂੰ ਕਲੀਨ ਕਰ ਦਿੱਤਾ ਏ। the word you have been here today, it has cleaned you. ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਨੇ ਕੀ ਕਰਤਾ ਏ? ਤੁਹਾਨੂੰ ਸਾਫ਼ ਪਾਕ ਤੇ ਸਾਫ਼ ਕੀਤਾ ਏ। ਕਾਦੇ ਵਾਸਤੇ? ਉਹ ਦੂਸਰਾ ਸਹਾਇਕ ਦੇਣ ਵਾਸਤੇ। ਹਾਲੇਲੂਇਆ। ਚੰਗਾ ਨਹੀਂ ਆਦਮ ਕੱਲਾ ਰਹੇ। ਕਲਰ, ਚੰਗਾ ਨਹੀਂ ਵਿਸ਼ਵਾਸੀ ਕੱਲਾ ਰਹੇ। And it doesn't look nice one believer should live alone. ਪਰਮੇਸ਼ਰ ਨਹੀਂ ਚਾਹੁੰਦਾ ਵੀ ਵਿਸ਼ਵਾਸੀ ਕੀ ਰਵੇ। God doesn't want that one believer should live alone. ਅੱਜ ਬਹੁਤ ਸਾਰੇ ਵਿਸ਼ਵਾਸੀ ਕਈ ਸਾਲ ਹੋ ਗਏ ਇਕੱਲੇ ਹੀ ਆ। So many believers have been lived all alone in their life. ਆਤਮਾ ਉਹਨਾਂ ਦੇ ਲਾਗੇ ਹੁੰਦੀ ਵੀ ਨਹੀਂ ਲੰਘਿਆ। And Adam didn't even pass through them. ਪਰ ਅੱਜ ਮੇਰਾ ਈਮਾਨ ਆ, But today is my belief. ਜੇ ਤੁਸੀਂ ਇਸ ਕਲਾਮ ਨੂੰ ਸੁਣ ਰਹੇ ਹੋ, If you are listening this word, ਪਵਿੱਤਰ ਆਤਮਾ ਨਾਲ ਭਰ ਜਾਓਗੇ। you will be filled with the Holy Spirit. ਅੱਜ ਤੁਸੀਂ 1 ਤੋਂ 2 ਹੋ ਜਾਓਗੇ। You will be converted from 1 to 2. ਜਿੱਦਣ ਬੰਦੇ ਦਾ ਵਿਆਹ ਹੁੰਦਾ ਏ, And whenever the person marries, ਕਿੰਨੀ ਖੁਸ਼ੀ ਮਨਾਉਂਦੇ ਆ। we celebrate a lot. ਕਿਉਂ ਮਨਾਉਂਦੇ ਆ? Why we celebrate? ਜਦੋਂ ਵਿਆਹ ਹੁੰਦਾ ਕਿਉਂ ਖੁਸ਼ੀ ਮਨਾਉਂਦੇ ਬਈ? Why we celebrate when we come? ਅੱਜ with ਉਹਨੇ 1 someone ਤੋਂ ਕੀ ਹੋ ਜਾਣਾ? Because we have now we have moved one from to another. 1 ਤੋਂ ਕੀ ਹੋ ਜਾਣੇ ਨੇ? 2 ਹੋ ਜਾਣੇ ਨੇ। ਤੇ ਕੀ ਮਨਾਉਂਦੇ ਘਰ ਦੇ ਸਾਰੇ? And this is why we celebrate. ਤੇ ਅੱਜ ਕਿੰਨੇ ਸੈਲੀਬ੍ਰੇਟ ਕਰਨ ਦਾ ਦਿਨ ਹੈ। ਅੱਜ ਤੁਸੀਂ 1 ਤੋਂ ਕੀ ਹੋ ਗਏ ਆ? Now we have become ਆਤਮਿਕ ਤਰੀਕੇ ਨਾਲ 1 ਤੋਂ ਕੀ ਹੋ ਗਏ ਆ? to 2. 2 ਹੋ ਗਏ ਆ। ਆਤਮਾ ਤੁਹਾਡੇ ਨਾਲ ਹੈ ਅੱਜ। And the Spirit of God has come to us. ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਹੈ। The Spirit of God has come to us. ਹਾਲੇਲੂਇਆ। ਹਰੇਕ ਚੀਜ਼ ਮਾਫ ਹੈ। Everything is forgiven. ਮੇਰੇ ਵੱਲ ਧਿਆਨ ਕਰੋ ਭਾਈਓ ਭੈਣੋ, ਹਰੇਕ ਚੀਜ਼ ਮਾਫ ਹੈ। Everything is forgiven. ਪਰ ਜੇ ਤੁਸੀਂ ਪਵਿੱਤਰ ਆਤਮਾ ਦੇ ਖਿਲਾਫ ਬੋਲੇ, ਕੁਝ ਵੀ ਮਾਫ ਹੈ। But if you speak against the Holy Spirit, then you are not forgiven. ਨਾ ਇੱਥੇ ਮਾਫ ਹੈ ਤੇ ਨਾ And you are not forgiven over here or in the heavens. ਪਰਮੇਸ਼ਵਰ ਨੂੰ ਕਿੰਨਾ ਗੁੱਸਾ ਚੜਦਾ ਇਸ ਗੱਲ ਤੇ। And God is so much angry.
ਜਦੋਂ ਤੁਸੀਂ ਪਵਿੱਤਰ ਆਤਮਾ ਦੇ ਖਿਲਾਫ ਬੋਲਦੇ ਹੋ, when you speak against the Holy Spirit, ਉਹ ਆਤਮਾ ਪਰਮੇਸ਼ਵਰ ਨੇ ਤੁਹਾਡੀ ਸਹਾਇਤਾ ਲਈ ਭੇਜਿਆ ਹੈ because that Holy Spirit has been sent by the Lord for your help, ਵੀ ਤੁਸੀਂ ਦੁਨੀਆ ਦੇ ਉੱਤੇ ਸਰਵਾਈਵ ਕਰ ਸਕੋ, so that you can survive in the world, ਤੁਸੀਂ ਸਵਰਗ ਦਾ ਰਾਸਤਾ ਖੋਜ ਸਕੋ, so that you can open the way to the heaven, ਵੀ ਤੁਸੀਂ ਪਰਮੇਸ਼ਵਰ ਨਾਲ ਮਿਲਾਪ ਕਰ ਸਕੋ। so you can get along with the God. ਪਰ ਜੇ ਤੁਸੀਂ ਪਵਿੱਤਰ ਆਤਮਾ ਦੇ ਖਿਲਾਫ ਗਏ ਆ, But you are, if you are against to the ਉਹਦੇ Holy ਖਿਲਾਫ Spirit, ਬੋਲੇ ਆ, if you speak along against the Holy Spirit, ਵੀ ਮੈਥਿਊ ਕਹਿੰਦਾ ਹੈ, ਇਸ ਗੱਲ ਨੂੰ ਬਿਆਨ ਕਰਦਾ ਹੈ and the book of Matthew we read, ਵੀ ਕਹਿੰਦਾ ਨਾ ਤੇ ਇਸ ਦੁਨੀਆ ਤੇ ਨਾ ਉਸ ਦੁਨੀਆ ਤੇ ਮਾਫੀ ਨਹੀਂ ਆ। and he says we cannot be forgiven even in this world or in the heaven. ਦੁਨੀਆ ਦੀ ਸਭ ਤੋਂ ਸਵਰਗ ਦੀ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਤੁਹਾਨੂੰ ਦਿੱਤੀ ਆ ਪਰਮੇਸ਼ਰ ਨੇ, ਪਵਿੱਤਰ ਆਤਮਾ। And God has given you the most precious thing from the heaven is Holy Spirit. ਹਾਲੇਲੂਇਆ, ਹਾਲੇਲੂਇਆ, ਕਿੰਨਾ ਅਨਮੋਲ ਖਜ਼ਾਨਾ ਵਾ, And this much is so much precious thing, ਕਿੰਨੀ ਪਾਵਰਫੁਲ ਚੀਜ਼ ਹੈ ਤੁਹਾਡੇ ਕੋਲ। so much powerful thing. ਵੀ ਕੋਈ ਉਹਦੇ ਖਿਲਾਫ ਬੋਲੇ ਤਾਂ ਪਰਮੇਸ਼ਰ ਮਾਫ, And if someone, ਪਰਮੇਸ਼ਰ ਕਹਿ ਰਿਹਾ ਏ ਤੁਸੀਂ ਪਰਮੇਸ਼ਰ ਨੂੰ ਬੋਲ ਲਓ ਮਾਫ ਆ, ਤਾਂ ਬੋਲੂਗੇ ਤਾਂ ਮਾਫ ਆ। if you speak against the God, then you are forgiven. ਯਿਸੂ ਮਸੀਹ ਦੇ ਖਿਲਾਫ ਬੋਲੂਗੇ ਤਾਂ ਮਾਫ ਆ, If you speak against the Christ, still you are forgiven. ਜੇ ਆਤਮਾ ਦੇ ਖਿਲਾਫ ਬੋਲਤਾ ਫਿਰ But what about if you speak against the Holy Spirit? ਲਿਖਿਆ ਬਾਈਬਲ 'ਚ ਕਿਤੇ ਮਾਫੀ ਆ? Is it written somewhere in the Bible? If ਜੇ you speak, ਆਤਮਾ ਦੇ ਖਿਲਾਫ ਬੋਲਿਆ ਕਿਤੇ ਲਿਖਿਆ ਮਾਫੀ ਆ? ਕਿਤੇ ਵੀ ਮਾਫੀ ਨਹੀਂ ਆ। ਫਿਰ ਕਿੰਨੀ ਵੱਡੀ ਪਾਵਰ ਅਥਾਰਟੀ ਤੁਹਾਡੇ ਨਾਲ ਰਹਿੰਦੀ ਆ। and so much the highest power always stays with you. ਇਹ ਪਵਿੱਤਰ ਆਤਮਾ ਦੀ ਸਿਫਾਰਿਸ਼ ਨਾਲ ਤੁਸੀਂ ਸਵਰਗ 'ਚ ਜਾਣਾ ਹੈ। ਪਵਿੱਤਰ ਆਤਮਾ ਦੀ ਸਿਫਾਰਿਸ਼ ਨਾਲ ਇਹਨੇ ਸਾਨੂੰ ਇਦਾਂ ਦਾ ਬਣਾਉਣਾ ਹੈ ਵੀ ਅਸੀਂ ਪਰਮੇਸ਼ਵਰ ਦੇ ਲਾਇਕ ਬਣ ਜਾਈਏ। And the ਪਵਿੱਤਰ Holy ਆਤਮਾ ਨੇ ਸਾਨੂੰ ਇਦਾਂ ਦਾ ਬਣਾਉਣਾ ਵੀ ਅਸੀਂ ਪਵਿੱਤਰ ਆਤਮਾ ਦੀ ਦੇ ਕਹਿਣ ਦੇ ਅਨੁਸਾਰ ਪਿਤਾ ਦੇ ਕੀ ਬਣ ਜਾਈਏ। And the Holy Spirit will turn you and will convert you so that you can lead to the heaven. ਹਾਲੇਲੂਇਆ। ਇਹ ਦੂਸਰਾ ਸਹਾਇਕ ਬੜਾ ਕੀਮਤੀ ਆ। And this is why the second helper is so much precious and important. ਜੇ ਭਾਈ ਜੀ ਦੂਜੀ ਕਿਸ਼ਤੀ ਨਾ ਆਉਂਦੀ ਜਾਲ ਫਟ ਜਾਣਾ ਸੀ। And if the boat, second boat wouldn't have come there, the net would have cleansed there. ਦੂਜੀ ਕਿਸ਼ਤੀ ਨਾ ਆਉਂਦੀ ਤਾਂ ਇਹ ਪਹਿਲੀ ਕਿਸ਼ਤੀ ਪਲਟ ਵੀ ਸਕਦੀ ਸੀ। So the second boat was so much important there. ਇਹ ਦੂਸਰਾ ਸਹਾਇਕ ਜੇ ਨਾ ਆਉਂਦਾ ਤਾਂ ਅੱਜ ਅਸੀਂ ਨਰਕ ਵੱਲ ਨੂੰ ਚੱਲ ਜਾਣਾ ਸੀ। This is why the importance of second helper, the ਇਹ Holy ਦੂਸਰਾ Spirit. ਸਹਾਇਕ ਪਾਸਟਰ ਸ਼ਿਮੌਨ ਨੂੰ ਨਾਮ ਮਿਲਦਾ ਤੇ ਇਹ ਨਰਕ ਵੱਲ ਨੂੰ ਤਿਆਰੀਆਂ ਸੀ। If I didn't get the Holy Spirit helper, I would have gone to the hell. ਪਰ ਜਦੋਂ ਇਹ ਦੂਸਰਾ ਸਹਾਇਕ ਮਿਲਿਆ ਮੈਨੂੰ ਨਰਕ ਵੱਲੋਂ ਮੋੜ ਕੇ ਸਵਰਗ ਵਾਲੇ ਰਾਸਤੇ ਉੱਤੇ ਲੈ ਆਏ। And when I got the helper, and then only I moved to the ਮੈਂ ਕਿੱਦਾਂ ਨਾ heaven. ਧੰਨਵਾਦ ਕਰਾਂ ਪਰਮੇਸ਼ਵਰ Oh, ਦਾ। this is why I always thank to God. ਮੈਂ ਕਿਉਂ ਨਾ ਪਰਮੇਸ਼ਵਰ ਦੀ ਮਹਿਮਾ ਕਰਾਂ। For why shouldn't I thank to God? ਮੈਂ ਪਰਮੇਸ਼ਵਰ ਦਾ ਕਿੱਦਾਂ ਨਾ ਥੈਂਕਸ ਕਰਾਂ। This is why I should thank to God. ਜਿਹਨੇ ਦੂਸਰਾ ਸਹਾਇਕ ਭੇਜਿਆ ਮੇਰੇ ਲਈ, And He sent the helper for me. ਮੇਰੀ ਮਿਨਿਸਟਰੀ ਚਲਾਉਣ ਵਿੱਚ ਮਦਦ ਕਰਦਾ ਹੈ, And He helps me to run this ministry, ਪਰਿਵਾਰ ਚਲਾਉਣ ਵਿੱਚ ਮਦਦ ਕਰਦਾ ਹੈ, run my family, ਬੱਚਿਆਂ ਦੀ ਪਰਵਰਿਸ਼ ਕਰਨ ਵਿੱਚ ਸਹਾਇਤਾ ਕਰਦਾ ਹੈ, to save my children, ਪ੍ਰੀਚ ਕਰਨ ਵਿੱਚ ਸਹਾਇਤਾ ਕਰਦਾ ਹੈ, to always speak the gospel, ਮੇਰੀ ਸਫ਼ਰ 'ਚ ਸਹਾਇਤਾ ਕਰਦਾ ਹੈ, always helps me. ਮੇਰੀ ਗੁਨਾਹ ਤੋਂ ਬਚਾਉਣ 'ਚ ਸਹਾਇਤਾ ਕਰਦਾ ਹੈ। He always saves me from the diseases. ਮੈਂ ਕਿਉਂ ਨਾ ਧੰਨਵਾਦ ਕਰਾਂ ਪਰਮੇਸ਼ਵਰ ਦਾ। This is why I thank ਪ੍ਰਭੂ ਜੀ the Lord. ਤੇਰਾ ਧੰਨਵਾਦ। ਹੱਥ ਉਠਾ ਕੇ ਸਭ ਜਣ ਬੋਲੀਏ ਪ੍ਰਭੂ ਤੇਰਾ ਧੰਨਵਾਦ ਆ। This is why I thank ਪ੍ਰਭੂ the ਜੀ ਤੇਰਾ Lord. ਧੰਨਵਾਦ ਹੋ। Thank you, Jesus. ਹਾਲੇਲੂਇਆ, Praise the Lord. ਹਾਲੇਲੂਇਆ। Praise the Lord. ਆਤਮਿਕ ਹੱਡੀਆਂ ਸੈੱਟ ਹੋਣ ਡੀਆਂ ਨੇ ਅੱਜ। ਹਾਲੇਲੂਇਆ। ਪਰਮੇਸ਼ਵਰ ਆਪਣਾ ਕਲਾਮ ਭੇਜ ਕੇ ਚੰਗਾ ਕਰਦਾ ਹੈ। And the God sends His word and He delivers you. ਤੇ ਅੱਜ ਤੁਹਾਡੀਆਂ ਬਿਮਾਰੀਆਂ ਜਾ ਚੁੱਕੀਆਂ ਇਸ ਕਲਾਮ ਦੇ ਦੁਆਰਾ। And your sicknesses have been finished by the ਤੁਹਾਡੀਆਂ word. ਆਤਮਿਕ ਬਿਮਾਰੀਆਂ ਵੀ ਜਾ ਚੁੱਕੀਆਂ ਇਸ ਕਲਾਮ All ਦੁਆਰਾ। your spiritual diseases are finished right now. ਤੁਸੀਂ ਆਨੰਦ ਨਾਲ ਜਾਓਗੇ, You will go from here with ਖੁਸ਼ੀ the ਨਾਲ joy. ਜਾਓਗੇ। With the joy. ਤਾਰੀਫ ਕਰੋ ਪਰਮੇਸ਼ਵਰ ਲਈ। ਤਾਰੀਫ ਹੋ, ਤਾਰੀਫ ਹੋ। ਹਾਲੇਲੂਇਆ, ਹਾਲੇਲੂਇਆ। Praise the Lord. Praise the Lord.
ਅੱਜ ਤੁਸੀਂ ਇਕੱਲਿਆਂ ਨੇ ਨਹੀਂ ਜਾਣਾ, And you will not leave the church from here alone. ਤੁਹਾਡੇ ਨਾਲ ਜਾਵੇਗਾ। And the Spirit of the Lord go. ਤੁਸੀਂ along with ਮੋਟਰਸਾਈਕਲ ਤੇ ਦੋ ਜਣੇ ਆਏ ਤਾਂ ਅੱਜ 3 ਜਣੇ ਬਹਿ ਕੇ ਜਾਣਾ। If you both haven't come here by a motorcycle, the 3 will ride on that. ਬੱਸ 'ਚ 2 ਜਣਿਆਂ ਦੀ ਤੁਸੀਂ ਟਿਕਟ ਲੈਣੇ ਹੋ, ਤੀਸਰਾ ਵੀ ਨਾਲ ਜਾਵੇਗਾ ਅੱਜ। And you always buy the ticket in your bus for the 2. The 3rd will also carry with you. ਅੱਗੇ ਆਟੋ ਭਰ ਕੇ ਲੈ ਕੇ ਆਉਂਦੇ ਆ, ਜੇ ਡੋਲਦੀ ਜਾਵੇਗੀ। Oh, you will get bundle of blessings today. ਕਿਉਂਕਿ ਇੱਕ ਦੇ ਨਾਲ ਕਿੰਨੀਆਂ, ਇੱਕ ਦੇ ਨਾਲ ਇੱਕ ਆਤਮਾ 2 3 4, ਜੇ ਤੁਸੀਂ 4 ਜਣੇ ਹੋ ਤਾਂ ਟੋਟਲ ਕਿੰਨੇ ਹੋ ਗਏ? Because the Holy Spirit has come regarding you. ਬੋਲੋ 8 ਜਣੇ ਹੋ ਗਏ ਕਿ ਨਹੀਂ? ਫਿਰ ਕਿੰਨੀ ਸਮਰਥ ਹੈ ਪਰਮੇਸ਼ਵਰ ਦੀ। ਜਦੋਂ ਦਬੁਰਜੀ ਦੀ ਕਲੀਸਿਆ ਇਸ ਕਲਾਮ ਤੇ ਅਮਲ ਕਰੇਗੀ, ਇਹ ਚਰਚ ਦਾ ਆਤਮਾ ਨਾਲ ਭਰ ਜਾਣਾ ਹੈ। And when the people of this church speaks about the word, ਚਰਚ ਕਾਹਦੇ ਨਾਲ ਭਰ ਜਾਣਾ ਹੈ? the whole church with ਆਤਮਾ। full of spirit. ਤੇ ਕਿੱਦਾਂ ਨਾ ਪਰਮੇਸ਼ਵਰ ਦਾ ਆਨੰਦ ਆਵੇਗਾ ਇਸ Well, ਜਗ੍ਹਾ ਤੇ। that is why you will feel lot of joy in the name of Christ. ਜਿਹੜੀਆਂ ਬੀਬੀਆਂ ਰੋਂਦੀਆਂ ਆਉਂਦੀਆਂ ਨੇ, ਕਿੱਦਾਂ ਨਾ ਖੁਸ਼ੀ ਨਾਲ And ਜਾਣਗੀਆਂ those ਚਰਚ ਵਿੱਚ। people who used to cry always, they will go with the joy. ਇਹ ਚਰਚ ਦੇ ਵਿੱਚ ਜਦੋਂ ਤੁਸੀਂ ਆ ਕੇ ਬੈਠ ਕੇ, ਤੁਹਾਨੂੰ ਆਪਣੀਆਂ ਪਰੇਸ਼ਾਨੀਆਂ, ਕਰਜ਼ਾ, ਗਰੀਬੀ, ਲਾਹਨਤਾਂ ਭੁੱਲ ਜਾਣੀਆਂ ਏ। When you're sitting in the church, you will definitely forget your all worries. ਹੁਣ ਇਹ ਟੇਬਲ ਹੈ, ਇਹ ਇੱਕ ਜਣਾ ਨਹੀਂ ਚੱਕ ਸਕਦਾ। Say for example, this is a table, nobody can hold it up. ਜੇ ਇਕੱਲਾ ਚੱਕੂਗਾ ਤੈਨੂੰ ਦਿੱਕਤ ਆਵੇਗੀ, Nobody can take it up. ਪਰ ਇਹਦੀ ਮਦਦ ਲਈ ਜੇ ਇੱਕ ਭਾਈ ਆ ਗਿਆ ਤੈਨੂੰ ਕੀ ਹੋ ਜਾਣੀ ਆ? Or this is why when somebody can have come here to ਅੱਜ take it ਤੁਹਾਡਾ up, ਭਾਰ ਚੁੱਕਣ ਨੂੰ ਪਵਿੱਤਰ ਆਤਮਾ ਆ ਚੁੱਕਿਆ ਹੈ। and your burden has been lifted ਤੁਹਾਡੀ up by the ਮਦਦ ਲਈ, Holy. ਤੁਹਾਡੀ ਮਦਦ ਲਈ ਪਵਿੱਤਰ ਆਤਮਾ ਆ ਚੁੱਕਿਆ ਹੈ। For your help, the Holy Spirit has arrived here. ਹਾਲੇਲੂਇਆ। ਦੋਨੇ ਹੱਥ ਚੱਕੋ ਤਾਨੂੰ ਆਪਣੇ, Raise your hands towards the heaven, ਐਦਾਂ ਹਿਲਾਉਣਾ ਹੈ। and you need to shake your hands. ਹੁਣ ਦੁਆ ਕਰਨੀ ਆ, ਪ੍ਰਭੂ ਜੀ And let's go in the prayer. Oh ਤੁਹਾਡਾ Father, ਧੰਨਵਾਦ ਕਰਦੇ ਆ। I thank you, Lord. ਅੱਜ ਮੈਂ ਇਕੱਲੇ ਨੇ ਨਹੀਂ ਜਾਣਾ, I will not go from here. ਤੁਹਾਡਾ ਆਤਮਾ ਮੇਰੇ ਨਾਲ Your ਜਾਵੇਗਾ। Spirit will lead me. ਮੇਰਾ ਈਮਾਨ ਹੈ, This is my belief. ਮੇਰਾ ਭਾਰ ਚੁੱਕ ਲਿਆ ਏ, You have taken my burden. ਮੇਰਾ ਭਾਰ ਵੰਡਿਆ ਗਿਆ ਏ। My burden has been ਤੁਸੀਂ distributed. ਮੇਰਾ ਭਾਰ ਚੁੱਕ ਲਿਆ You ਏ, have taken my burden. ਮੈਨੂੰ ਆਜ਼ਾਦ ਕੀਤਾ ਏ, I have been free. ਮੈਨੂੰ ਫ੍ਰੀ ਕੀਤਾ ਏ, I have been healed. ਛੁਟਕਾਰਾ ਦਿੱਤਾ ਏ, I have been healed. ਛੁਟਕਾਰਾ ਦਿੱਤਾ ਏ, I have been healed. ਛੁਟਕਾਰਾ ਦਿੱਤਾ I ਏ। have been healed. ਅੱਜ ਮੈਂ ਚੰਗੀ ਹੋ ਗਈ ਆ। I am healed today. ਮੈਂ ਪਰੇਸ਼ਾਨ ਆਈ ਸੀ, I was come here forgiven. ਪਰ ਮੇਰੀ ਪਰੇਸ਼ਾਨੀ ਚੁੱਕ ਲਈ ਆ। You have taken my ਮੈਂ burden. ਚਿੰਤਾ ਵਿੱਚ ਸੀ, I was in worry. ਮੇਰੀ ਚਿੰਤਾ ਚੁੱਕ ਲਈ ਆ। taken my worry. ਮੈਂ ਭਾਰ ਥੱਲੇ ਸੀ, ਮੇਰਾ ਭਾਰ ਚੁੱਕ ਲਿਆ ਵਾ। Taken my burden. ਤਾਰੀਫ ਕਰੋ ਯਿਸੂ ਮਸੀਹ ਲਈ। Praise the Lord. ਓ ਰਾ ਬਾ 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 ਸ਼ਕਲੇ ਰੇ ਬੇ, ਓ ਦਰੀਲੇ ਰੇ ਬੇ ਰੇ ਬੇ ਰੇ ਬੇ ਰੇ ਬੇ 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 ਬੇ। ਅਦੋਨਾਈ ਪਰਮੇਸ਼ਵਰ, ਗਲੋਰੀ ਥੈਂਕ ਯੂ ਜੀਸਸ Holy ਜੀ। Ghost. Rashakalalabalarasa. ਹਾਲੇਲੂਇਆ। Oh, shit. ਕਿਸ਼ਤੀ ਕਿੱਥੇ ਲੈ ਕੇ ਜਾਣੀ ਆ? And where we should lead our boat to? ਕਿਹਦੇ ਕਹਿਣ ਤੇ ਜਾਲ ਪਾਉਣਾ? ਤੁਸੀਂ ਕਿਹਦੇ ਕਹਿ ਤੇ ਚੱਲਣਾ ਹੈ? From which command we should take our boat to? ਭੈਣੋ ਬੋਲੋ, ਪਵਿੱਤਰ ਆਤਮਾ ਦੇ ਕਹਿਣ ਤੇ ਚੱਲਣਾ ਹੈ। And by the orders only from Holy Spirit we should go our ਤੁਹਾਡੇ life. ਰੂਹਾਨੀ ਜਾਲ ਭਰੇ ਹੋਣਗੇ ਅੱਜ ਤੋਂ। And the spiritual nets will be filled with the Holy Ghost. ਤੁਸੀਂ ਕਈ ਮਹੀਨਿਆਂ ਤੋਂ ਪਰੇਸ਼ਾਨੀਆਂ ਵਿੱਚ ਗੁਜ਼ਾਰ ਰਹੇ ਆ। You might have suffering since so many months with your worries. ਕਈ ਮਹੀਨਿਆਂ ਤੋਂ ਤੁਸੀਂ ਰੋਂਦੇ ਆ ਰਹੇ ਆ। You might have cried since lot of months. ਅੱਜ ਦਾ ਕਲਾਮ ਤੁਹਾਡੇ ਲਈ ਆ, And today word for you only. ਕਿਉਂਕਿ ਤੁਹਾਡੀ ਕਿਸ਼ਤੀ ਵਿੱਚ ਯਿਸੂ ਮਸੀਹ ਆ ਕੇ ਬੈਠ Because the ਗਿਆ ਹੈ। Jesus has sat down in your boat today. ਤੁਹਾਡੀ ਜ਼ਿੰਦਗੀ ਦੇ ਵਿੱਚ ਪਵਿੱਤਰ ਆਤਮਾ ਆ ਗਿਆ ਹੈ। And the Holy Spirit has come in your life. ਜਦੋਂ ਹੁਣ ਜਾਲ ਪਾਉਂਗੇ ਉਹ ਭਰ ਜਾਵੇਗਾ। And now when you will put your net, it will be filled with the fishes. ਡਬਲ 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 And ਡਬਲ it will ਬਲੇਸਿੰਗ ਨਾਲ ਭਰ be ਜਾਓਗੇ। converted into double blessings. ਆਪਣੇ ਦੋਨੇ ਹੱਥ ਉਠਾ ਕੇ ਆਮੀਨ ਬੋਲ ਸਕਦੇ ਆ। And raise your both hands and say Amen. ਪ੍ਰਭੂ ਯਿਸੂ ਮਸੀਹ ਜੀ, ਮੈਂ ਰਿਸੀਵ ਕਰਦੀ ਆ Oh Father, receive all those blessings. ਜੋ ਕੁਝ ਤੇਰੇ ਦਾਸ ਨੇ ਬੋਲਿਆ ਹੈ। Whatever your servant has spoken here, ਮੈਂ ਉਹਦੇ ਉੱਤੇ ਈਮਾਨ ਕਰਦਾ ਵਾਂ I receive those words. ਔਰ ਮੈਂ ਆਮੀਨ ਬੋਲਦਾ ਵਾਂ। And I say Amen. ਇਸੇ ਤਰ੍ਹਾਂ ਹੀ ਹੋਵੇ। This is why it should happen. ਆਮੀਨ। Amen.
ਤਾਰੀਫ ਕਰ ਸਕਦੇ ਹਾਂ ਅੱਜ ਦੇ ਕਲਾਮ ਲਈ? Praise the Lord. Glory Father, Father, Thank you, Jesus. Father, Thank you, Jesus. Holy Spirit. ओ मेरे परमेश्वर, Oh, Father, यहोवा परमेश्वर, the most, जिन्हें ऑनलाइन भी देख रहे हो तुसी ਅੱਜ bless ਹੋ। all our viewers watching me online, you are blessed today. ਖੁਦਾ ਨੇ ਤੁਹਾਨੂੰ bless ਕੀਤਾ ਹੈ। And to Jesus is blessing you. ਅੱਜ ਦਾ ਵਚਨ ਤੁਹਾਡੇ ਜੀਵਨ ਦੇ ਵਿੱਚ ਤਰੱਕੀ ਲੈ ਕੇ The ਆਵੇਗਾ। word has become Lord of blessing in your life. ਅੱਜ ਤੋਂ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। You shouldn't be afraid from today. ਪਰਮੇਸ਼ਵਰ ਦਾ ਹੋਲੀ ਸਪਿਰਿਟ ਤੁਹਾਡੇ ਲਈ ਆ ਚੁੱਕਿਆ Because ਹੈ। the Holy Spirit has come here for your help. ਤੁਹਾਨੂੰ ਪਹਿਲਾਂ ਲੱਗਦਾ ਸੀ ਮੇਰੀ ਕਿਤੋਂ ਮਦਦ ਨਹੀਂ You ਆਵੇਗੀ। used to think before that I shall not get any help. ਤੁਹਾਡੀ ਮਦਦ ਪਰਮੇਸ਼ਵਰ ਵੱਲੋਂ ਆ ਚੁੱਕੀ ਆ। Your help has arrived from the Lord. ਦਾਊਦ ਕਹਿੰਦਾ ਮੇਰੀ ਮਦਦ ਪਰਮੇਸ਼ਵਰ ਵੱਲੋਂ ਆਵੇਗੀ। And he said, my help would arrive from the ਤੁਹਾਡੀ Lord. ਮਦਦ ਯਹੋਵਾ ਪਰਮੇਸ਼ਵਰ ਵੱਲੋਂ ਆ ਚੁੱਕੀ ਆ। Your help has come from the ਅੱਜ side of ਤੋਂ the ਤੁਸੀਂ Lord. ਤਰੱਕੀ ਕਰੋਗੇ। Because you will be blessed in the ਤੁਸੀਂ name of ਵਾਧੇ God. ਜਾਓਗੇ। You will be progressive. ਤੁਸੀਂ ਆਸ਼ੀਸ਼ ਨਾਲ ਭਰ ਜਾਓਗੇ। You will be full of blessing, bundle of blessings. ਤੁਹਾਡੇ ਘਰਾਂ 'ਚ ਲੜਾਈ ਝਗੜੇ ਖਤਮ ਹੋ ਜਾਣਗੇ। Oh Lord, of healings have come upon your ਪਰਿਵਾਰ house. ਬਦਲ ਜਾਣਗੇ। Your situations will be changed. ਹਾਲਾਤ ਬਦਲ ਜਾਣਗੇ। Your condition will be changed. ਜੀਵਨ ਚੇਂਜ ਹੋ ਜਾਣਗੇ। Life will be changed. ਜਿਹੜਾ ਤੁਹਾਡਾ ਦਿਲ ਕਰਦਾ ਹੈ ਆਤਮ ਹੱਤਿਆ ਕਰਨ ਨੂੰ, ਹੁਣ ਤੁਹਾਡਾ ਦਿਲ ਕਰੇਗਾ ਹੋਰ ਜੀਣ ਨੂੰ। You will never be think for the suicide. ਹਾਲੇਲੂਇਆ। Hallelujah. ਇਸ ਵਚਨ ਦੁਆਰਾ ਪਰਮੇਸ਼ਰ ਤੁਹਾਨੂੰ ਬਲੇਸਿੰਗ ਦੇਵੇ। And God may bless you from this word what we hear today. Amen. ਆਮੇਨ ਆਮੇਨ ਆਮੇਨ। Amen.